गुर सतगुर की बड़ाई, गुर सतगुर की बड़ाई। गुर सिखा के मन पावदी, गुर सिखा के मन पावदी। गुर सतगुर की बड़ाई, गुर सतगुर की बड़ाई, गुर सतगुर की बड़ाई, गुर सतगुर की बड़ाई। हर आँखों पैज सतगुरु की, नित चढ़े सवाई। हर आँखों पैज सतगुरु की, नित चढ़े सतगुर से मन पार ब्रह्म है, पार ब्रह्म सदाई। गुर सतगुर के मन पार ब्रह्म है, पार ब्रह्म सदाई। सतगुर की बड़ाई, गुर सतगुर की बड़ाई, गुर सतगुर की बड़ाई, गुर सतगुर की बड़ाई। गुर सिखा के मन भावदी, गुर सिखा के मन भावदी। गुर सिखा के मन भावदी, गुर सिखा के मन भावदी। गुर सतगुर की बड़ाई, गुर सतगुर की बड़ाई, गुर सतगुर की बड़ाई, गुर सतगुर की बड़ाई। सतगुर ताण दीवान हर, तिन सब आण निवाई। गुर सतगुर ताण दीवान हर, तिन सब आण निवाई। तिन सब आण निभाई, तिन सब आण निभाई। सतगुर ताण दीवान हर, तिन सब आण निभाई। जिन लिखा मेरा सतगुर हो कर, तिनके सब
बेटा। सैदवीर जी शुरू कराओ। जिन दिखा मेरा सतगुर होकर, तिनके सब पाप गवाई। गुर सतगुर की बड़ाई, गुर सतगुर की बड़ाई। वाहिगुरु जी। वाहिगुरु जी का खालसा, वाहिगुरु जी की फतेह। एक ओंकार ओंकार सतनाम सतनाम करता पुरख करता पुरख निरभौ निरभौ निर्वैर निर्वैर अकाल मूरत अकाल मूरत अजूनी अजूनी सैभं सैभं गुर प्रसाद प्रसाद एक ओंकार ओंकार सतनाम सतनाम करता पुरख करता पुरख निरभौ निरभौ निर्वैर निर्वैर अकाल मूरत अकाल मूरत अजूनी अजूनी सैभं सैभं गुर प्रसाद गुर प्रसाद एक ओंकार ओंकार सतनाम सतनाम करता पुरख करता पुरख निरभौ निरभौ निर्वैर निर्वैर अकाल मूरत अकाल मूरत अजूनी अजूनी सैभं सैभं गुर प्रसाद गुर प्रसाद एक ओंकार ओंकार सतनाम सतनाम करता पुरख करता पुरख निरभौ निरभौ निर्वैर निर्वैर अकाल मूरत अकाल मूरत अजूनी अजूनी सैभं सैभं गुर प्रसाद गुर प्रसाद एक ओंकार ओंकार सतनाम सतनाम करता पुरख करता पुरख निरभौ निरभौ निर्वैर निर्वैर अकाल मूरत अकाल मूरत अजूनी अजूनी सैभं सैभं गुर प्रसाद गुर प्रसाद वाहेगुरु 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 वाहिगुरु जी का खालसा वाहिगुरु जी की वाहिगुरु जी की फतेह। फतेह।
कबीर जेते पाप किए राखे तले दुराए। कबीर जेते पाप किए राखे तले दुराए। प्रगट भये निदान सब सब जब पूछे धर्म राय। जेते जितने भी तले हेठा अपने अंदर दुराए रखे लुका के रखे। निदान आखर परमात्मा ਦੀ ਯਾਦ ਭੁਲਾਇਆਂ ਮਨੁੱਖ ਸਰੀਰਕ ਮੋਹ ਦੇ ਵਹਿਣ ਵਿੱਚ ਪੈ ਕੇ ਵਿਕਾਰਾਂ ਵਾਲੇ ਰਾਹੇ ਪੈ ਜਾਂਦਾ ਹੈ। ਤਿਲਕ ਮਾਲਾ ਪੂਜਾ ਧੋਤੀ ਆਦਿਕ ਧਰਮ ਭੇਖ ਨਾਲ ਲੋਕ ਸ਼ਾਇਦ ਪਤੀਤ ਜਾਣ ਕਿ ਇਹ ਭਗਤ ਹਨ, ਪਰ ਪ੍ਰਭੂ ਦੇ ਨਾਮ ਤੋਂ ਖੁੰਝ ਕੇ हे ਕਬੀਰ ਜੋ ਪਾਪ ਕੀਤੇ ਜਾਂਦੇ ਹਨ, ਭਾਵੇਂ ਉਹ ਪਾਪ ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ, ਫਿਰ ਵੀ ਜਦੋਂ ਧਰਮ ਰਾਜ ਪੁੱਛਦਾ ਹੈ ਉਹ ਪਾਪ ਆਖਰ ਸਾਰੇ ਉਗਣ ਆਉਂਦੇ ਹਨ। ਭਾਵ ਵੇਦ ਆਦਿਕਾਂ ਦਾ ਕਰਮ ਕਾਂਡ ਵਿਕਾਰਾਂ ਤੋਂ ਨਹੀਂ ਬਚਾ ਸਕਦਾ। ਬਾਹਰਲੇ ਧਰਮ ਭੇਖ ਨਾਲ ਲੋਕ ਤਾਂ ਭਾਵੇਂ ਪਤੀਤ ਜਾਣ, ਪਰ ਅੰਦਰਲੇ ਪਾਪ ਪਰਮਾਤਮਾ ਤੋਂ ਲੁਕੇ ਨਹੀਂ ਰਹਿ ਸਕਦੇ। वाह जी वाह, बहुत ही अच्छी कहते जाप ਕੀਤਾ ਕੁਲਵੰਤ ਕੌਰ ਜੀ ਨੇ। ਤੇ ਮੈਂ ਇੱਕ ਵਾਰੀ ਉਹਨਾਂ ਨੂੰ ਰਿਕੁਐਸਟ ਵੀ ਕਰਾਂਗਾ ਕਿ ਤੁਸੀਂ ਇੱਕ ਵਾਰੀ ਆਪਣੇ ਵੀ ਕੁਝ ਵਿਊਜ਼ ਦਿਓ ਇਸ ਉੱਤੇ। ਜਸਜੋਤ ਬੇਟੇ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ। ਹੁਣ ਆ ਰਹੀ ਹੈ ਜੀ? ਹਾਂਜੀ ਹਾਂਜੀ ਹਾਂਜੀ। ਤੇ ਬਹੁਤ ਹੀ ਵਧੀਆ ਜਾਪ ਤੇ ਸ਼ਲੋਕ ਦੀ ਸੇਵਾ ਕੀਤੀ ਕੁਲਵੰਤ ਕੌਰ ਜੀ ਨੇ, ਤੇ ਮੈਂ ਰਿਕੁਐਸਟ ਕਰਾਂਗਾ ਕਿ ਉਹ ਵੀ ਆਪਣੇ ਕੁਝ ਵਿਊਜ਼ ਦੇਣ ਸ਼ਲੋਕ ਉੱਤੇ ਜੀ। ਹਾਂਜੀ। ਇਸ ਸ਼ਲੋਕ ਤੋਂ ਭਾਵ ਇਹੀ ਹੈ ਕਿ ਅਸੀਂ ਜਿੰਨੇ ਵੀ ਪਾਪ ਕਰਦੇ ਹਾਂ ਜਾਂ ਵਿਕਾਰਾਂ 'ਚ ਪਏ ਹੋਏ ਹਾਂ, ਤੇ ਜਦੋਂ ਅਸੀਂ ਉਹਨਾਂ ਨੂੰ ਆਪਣੇ ਬਾਹਰਲੇ ਕਰਮ ਕਾਂਡ ਬਾਹਰਲੇ ਭੇਖ ਨਾਲ ਢੱਕਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਲੋਕਾਂ ਸਾਹਮਣੇ ਤਾਂ ਬਹੁਤ ਚੰਗੇ ਬਣ ਜਾਂਦੇ ਹਾਂ, ਪਰ ਅੰਦਰੋਂ ਕਹਿ ਲਓ ਜਿਵੇਂ ਧਰਮ ਰਾਜ ਪੁੱਛਦਾ ਹੈ ਇੱਥੇ, ਮੈਨੂੰ ਲੱਗਦਾ ਇਹਦਾ ਭਾਵ ਇਹ ਹੈ ਕਿ ਜਦੋਂ ਸਾਡੀ ਆਤਮਾ ਸਾਨੂੰ ਕਚੋਟਦੀ ਹੈ ਕਿ ਅਸੀਂ ਇਹ ਪਾਪ ਕੀਤਾ ਹੈ, ਤਾਂ ਸਭ ਉਗੜ ਕੇ ਆ ਜਾਂਦਾ ਹੈ। ਭਾਵ ਜਦੋਂ ਪਰਮਾਤਮਾ ਦੀ ਆਵਾਜ਼ ਅੰਦਰੋਂ ਆਉਂਦੀ ਹੈ ਕਿ ਇਹ ਪਾਪ ਕੀਤੇ ਹਨ, ਫਿਰ ਭਾਵੇਂ ਜਿੰਨੇ ਮਰਜ਼ੀ ਭੇਖ ਅਸੀਂ ਬਾਹਰੋਂ ਕਰ ਲਈਏ, ਪਰ ਜਿਹੜੇ ਅੰਦਰਲੇ ਪਾਪ ਹੈ ਉਹ ਉਸ ਪਰਮਾਤਮਾ ਤੋਂ ਜਾਂ ਸਾਡੇ ਆਪਣੀ ਅੰਤਰ ਆਤਮਾ ਤੋਂ ਲੁਕੇ ਨਹੀਂ ਰਹਿ ਸਕਦੇ, ਤੇ ਇਹਦਾ ਇਹੀ ਭਾਵ ਹੈ। ਹਾਂਜੀ, ਬਹੁਤ ਵਧੀਆ ਜੀ। ਮੈਂ ਸੰਗਤ ਨੂੰ ਵੀ ਰਿਕੁਐਸਟ ਕਰਾਂਗਾ ਕਿ ਉਹ ਵੀ ਪਲੀਜ਼ ਆਪਣੇ ਵਿਊਜ਼ ਦੇਣ। ਤੇ ਮੈਨੂੰ ਇਸ ਕੀ ਕਹਿੰਦੇ ਸ਼ਲੋਕ ਤੋਂ ਨਾ ਇੱਕ ਸਰਬਜੀਤ ਅੰਕਲ ਦੀ ਗੱਲ ਯਾਦ ਆ ਰਹੀ ਸੀ ਕਿ ਉਹ ਅਕਸਰ ਕਿਹਾ ਕਰਦੇ ਨੇ ਕਿ ਨਾ CCTV ਕੈਮਰਾ ਹੁੰਦਾ ਨਾ, ਜਿਵੇਂ ਇਨਸਾਨ ਨੇ CCTV ਕੈਮਰਾ ਬਣਾਇਆ ਕਿ ਉਹ ਸਰੀਰ ਨੂੰ ਦੇਖ ਸਕੇ ਇੱਕ ਤਰੀਕੇ ਨਾਲ, ਕਿ ਕੋਈ ਬਾਹਰ ਕਿੱਥੇ ਬੰਦਾ ਹੈਗਾ ਉਹਨੂੰ ਦੇਖ ਸਕੇ। ਫਿਰ ਐਕਸਰੇ ਬਣਾਇਆ ਕਿ ਅੰਦਰ ਦਾ ਵੀ ਦੇਖ ਸਕੇ। ਫਿਰ ਉਹ ਕਹਿੰਦੇ ਕਿ ਰੱਬ ਦੀ ਟੈਕਨੋਲੋਜੀ ਦੇਖੋ ਕੀ ਹੈ, ਉਹਨੇ ਇਹੋ ਜਿਹੇ ਕੈਮਰੇ ਬਣਾਏ ਹੋਏ ਨੇ ਕਿ ਉਹ ਬੰਦੇ ਦੇ ਹੀ ਕੀ ਕਹਿੰਦੇ ਆ ਵਿਚਾਰਾਂ ਨੂੰ ਵੀ ਦੇਖ ਸਕੇ। ਤੇ ਉਹ ਕਹਿੰਦੇ ਚਿੱਤਰਗੁਪਤ ਜਿਵੇਂ ਹੁੰਦਾ ਨਾ, 24 ਘੰਟੇ ਸਾਡੇ ਉੱਤੇ ਉਹਨੇ ਨਾ ਕੈਮਰਾ ਲਾ ਕੇ ਰੱਖਿਆ ਹੋਇਆ ਕਿ ਇੱਕ ਕੋਈ ਛੋਟਾ ਜਿਹਾ ਵੀ ਕੋਈ ਗਲਤ ਵਿਚਾਰ ਹੈ ਉਹ ਵੀ ਨੋਟ ਹੋ ਰਿਹਾ, ਤੇ ਕੋਈ ਚੰਗਾ ਵਿਚਾਰ ਹੈ ਉਹ ਵੀ ਨੋਟ ਹੋ ਰਿਹਾ। ਤੇ ਇਹ ਮੈਨੂੰ ਮਤਲਬ ਇਹਦੇ 'ਚ ਉਹ ਲੱਗਦਾ ਕਿ ਹਾਂ, ਕਿ ਤੁਸੀਂ ਜਿੰਨਾ ਮਰਜ਼ੀ ਲੁਕਾਉਣ ਦੀ ਕੋਸ਼ਿਸ਼ ਕਰ ਲਓ, ਜਿੱਥੇ ਮਰਜ਼ੀ ਦਬਾ ਲਓ ਕਿਸੇ ਕੋਨੇ ਵਿੱਚ, ਤੇ ਉਹ ਤਾਂ ਵੀ ਬਾਹਰ ਆ ਹੀ ਜਾਣਾ। ਜਦੋਂ ਦਰਗਾਹ ਵਿੱਚ ਜਾਏਗਾ, ਜਦ ਜਮਰਾਜ ਪੁੱਛੇਗਾ ਕਿ ਤੂੰ ਕੀ ਕੀਤਾ ਪੂਰੀ ਜ਼ਿੰਦਗੀ 'ਚ, ਤਾਂ ਉਸ ਟਾਈਮ ਤੁਹਾਡੇ ਤੋਂ ਲੁਕੋਇਆ ਨਹੀਂ ਜਾਣਾ ਕੁਛ ਵੀ, ਸਭ ਸਾਹਮਣੇ ਆ ਜਾਏਗਾ ਜੀ। ਮੈਂ ਸੰਗਤ ਨੂੰ ਵੀ ਰਿਕੁਐਸਟ ਕਰਾਂਗਾ ਕਿ ਪਲੀਜ਼ ਉਹ ਹੈਂਡ ਰੇਸ ਕਰਨ ਜਾਂ ਫਿਰ ਚੈਟ ਰਾਹੀਂ ਪਲੀਜ਼ ਆਪਣੇ ਵਿਊਜ਼ ਦੇਣ ਜੀ। ਸੋ ਮੈਮ ਤੁਸੀਂ ਪਲੀਜ਼ ਅਗਲੀ ਵਿਚਾਰ ਕਰ ਦਿਓ ਤਦ ਤੱਕ। ਹਾਂਜੀ ਹਾਂਜੀ। कबीर हर का सिमरन छाड़ के पालियो बहुत कुटुंब, धंधा करता रह गया भाई रहया न बंध।
कबीर हर का सिमरन छाड़ के, पाल्यो बहुत कुटुंब, धंधा करता रह गया, भाई रहया ना बंध। रह गया, आत्मा रह ਜਾਂਦਾ ਹੈ, आत्मा ही कमजोर पै ਜਾਂਦੀ है, आत्मा मर ही ਜਾਂਦਾ है, जीव आत्मक मौत ते मर ਜਾਂਦਾ है। ना ਰਹਿਆ, ਕੋਈ ਨਾ ਰਿਹਾ, ਕੋਈ ਬਚਾਣ ਜੋਗਾ ਨਹੀਂ ਹੁੰਦਾ, ਕੋਈ ਤਿਰ ਬਚਾ ਨਹੀਂ ਸਕਦਾ। ਛੱਡ ਕੇ, ਪਾਲਿਓ ਬਹੁਤ, ਬਹੁਤਾ ਸਮਾਂ ਪਾਲਦਾ ਰਿਹਾ, ਸਾਰੀ ਉਮਰ ਇਹੀ ਕੰਮ ਕਰਦਾ ਰਿਹਾ ਕਿ ਨਿਰਾ ਕੁਟੰਬ ਪਾਲਦਾ ਰਿਹਾ। ਹੇ ਕਬੀਰ, ਪਰਮਾਤਮਾ ਦਾ ਸਿਮਰਨ ਛੱਡਣ ਦਾ ਹੀ ਇਹ ਨਤੀਜਾ ਹੈ ਕਿ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ, ਟੱਬਰ ਦੀ ਖਾਤਰ ਜਗਤ ਦੇ ਧੰਦੇ ਕਰਦਾ ਤੇ ਜਿੰਦ ਦੇ ਸਾਥੀ ਪਰਮਾਤਮਾ ਤੋਂ ਵਿਛੜਿਆ ਰਹਿ ਕੇ ਆਖਰ ਆਤਮਕ ਮੌਤ ਤੇ ਮਰ ਜਾਂਦਾ ਹੈ ਤੇ ਇਸ ਆਤਮਕ ਮੌਤ ਤੋਂ ਕੋਈ ਰਿਸ਼ਤੇਦਾਰ ਬਚਾਉਣ ਜੋਗਾ ਨਹੀਂ ਹੁੰਦਾ। ਇਹ ਵਾਲੇ ਸ਼ਲੋਕ ਤੇ ਅਗਲੇ ਦੋ ਸ਼ਲੋਕ, ਇਹ ਦੋਨੋਂ ਪ੍ਰਭੂ ਦੇ ਸਿਮਰਨ ਨੂੰ ਛੱਡ ਕੇ ਜੋ ਅਸੀਂ ਕਰਦੇ ਆ ਨਾ, ਉਹਦੇ ਬਾਰੇ ਦੱਸੇ ਹੋਏ ਨੇ। ਜਿਵੇਂ ਇਹਦੇ ਵਿੱਚ ਹੈ ਹਰ ਕਾ ਸਿਮਰਨ ਛੱਡ ਕੇ, ਜਦੋਂ ਪਰਮਾਤਮਾ ਦਾ ਨਾਮ ਛੱਡ ਕੇ ਅਸੀਂ ਕੀ ਕਰਦੇ ਹਾਂ, ਅਸੀਂ ਆਪਣੇ ਜਿਹੜੇ ਪਰਿਵਾਰਕ ਰਿਸ਼ਤੇ ਹੈ ਉਹਨਾਂ ਦੇ ਵਿੱਚ ਫਸ ਕੇ ਰਹਿ ਜਾਂਦੇ ਆ, ਉਹਨੂੰ ਹੀ ਪਾਲਦੇ ਰਹਿ ਜਾਂਦੇ ਆ। ਪ੍ਰਭੂ ਦਾ ਸਿਮਰਨ ਛੱਡ ਕੇ ਅਸੀਂ ਜੋ ਸਾਡੀਆਂ ਹੋਰ ਵੀ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਨੇ, ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹੋਰਾਂ ਦੀ ਭਲਾਈ ਕਰਨੀ ਵੀ ਉਹਦਾ ਇੱਕ ਪਾਰਟ ਹੋ ਸਕਦਾ ਹੈ, ਇੱਕ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ, ਉਹ ਵੀ ਹੋ ਸਕਦੀ ਹੈ ਕਿ ਪਰਮਾਤਮਾ ਦੇ ਸਿਮਰਨ ਨੂੰ ਛੱਡ ਕੇ ਅਸੀਂ ਆਪਣਾ ਪਰਿਵਾਰ ਹੀ ਪਾਲਦੇ ਰਹਿ ਗਏ, ਧੰਦਾ ਕਰਦੇ ਰਹਿ ਗਏ। ਤੇ ਫਿਰ ਕੀ ਹੋਇਆ, ਉਸ ਤੋਂ ਬਾਅਦ ਆਖਿਰ ਦੇ ਵਿੱਚ ਉਹ ਆਤਮਕ ਮੌਤ, ਯਾਨੀ ਕਿ ਸਾਡੀ ਆਤਮਕ ਮੌਤ ਹੋ ਜਾਂਦੀ ਹੈ। ਜਿਵੇਂ ਅਸੀਂ ਕਹਿੰਦੇ ਆ ਨਾ ਕਿ ਜਦੋਂ ਤੱਕ ਮੈਂ ਪ੍ਰਭੂ ਦਾ ਨਾਮ ਸਿਮਰਾਂ ਉਦੋਂ ਤੱਕ ਮੈਂ ਜ਼ਿੰਦਾ ਹਾਂ ਤੇ ਆਖਾਂ ਜੀਵਾਂ ਬਿਸਰੈ ਮਰ ਜਾਉ, ਤੇ ਉਦੋਂ ਤੱਕ ਮੈਂ ਜ਼ਿੰਦਾ ਹਾਂ, ਤੇ ਜਦੋਂ ਮੈਂ ਪਰਮਾਤਮਾ ਦਾ ਨਾਮ ਭੁੱਲ ਜਾਂਦੀ ਹਾਂ ਤੇ ਉਹ ਮੈਂ ਆਤਮਕ ਮੌਤ ਤੇ ਮਰ ਜਾਂਦੀ ਹਾਂ। ਤੇ ਇਸੇ ਤਰ੍ਹਾਂ ਹੀ ਕਬੀਰ ਜੀ ਇਹਦੇ ਵਿੱਚ ਕਹਿ ਰਹੇ ਨੇ ਕਿ ਉਹ ਧੰਦਾ ਹੀ ਕਰਦੇ ਰਹਿ ਗਏ ਤੇ ਸਾਡੀ ਆਤਮਕ ਮੌਤ ਤਾਂ ਹੋ ਗਈ, ਕਿਉਂਕਿ ਅਸੀਂ ਪ੍ਰਭੂ ਦੇ ਨਾਮ ਤੋਂ ਵਾਂਝੇ ਰਹਿ ਗਏ। ਹਾਂਜੀ, ਬਹੁਤ ਵਧੀਆ ਜੀ। ਇੱਕ ਵਰਿੰਦਰਜੀਤ ਕੌਰ ਜੀ ਦਾ ਹੈਂਡ ਰੇਸ ਸੀਗਾ ਜੀ, ਪਲੀਜ਼ ਉਹਨਾਂ ਨੂੰ ਸਪੋਟ ਕਰ ਲਿੱਤਾ ਜਾਵੇ। ਵਰਿੰਦਰਜੀਤ ਕੌਰ ਜੀ। ਮੇਰੇ ਚੈਨਲ ਸਪੋਟ ਨਹੀਂ ਹੋ ਪਾ ਰਹੇ, ਅਤੇ ਮੈਨੂੰ ਇਸ ਸਲੋਕ ਤੋਂ ਨਾ ਇੱਕ ਆਪਣੀ ਗੱਲ ਯਾਦ ਆ ਰਹੀ ਹੈ ਕਿ ਮੈਂ ਸੋਚਦਾ ਕਿ ਜਿਹੜਾ ਆਨੰਦ ਹੁੰਦਾ ਨਾ, ਅਸੀਂ ਜਿਹੜਾ ਰੱਬ ਨੂੰ ਪਾ ਕੇ, ਰੱਬ ਨੂੰ ਪਿਆਰ ਕਰਕੇ, ਰੱਬ ਨੂੰ ਸਿਮਰ ਕੇ ਜਿਹੜਾ ਸਾਨੂੰ ਆਨੰਦ ਮਿਲਦਾ, ਉਹ ਬੰਦਾ ਜਦ ਰੱਬ ਨੂੰ ਵਿਸਾਰ ਦਿੰਦਾ ਨਾ, ਰੱਬ ਨੂੰ ਸਿਮਰਨਾ ਬੰਦ ਕਰ ਦਿੰਦਾ, ਤੁਹਾਨੂੰ ਆਨੰਦ ਕਿੱਧਰੋਂ ਦੀ ਤਾਂ ਚਾਹੀਦਾ ਹੈ ਨਾ, ਉਹ ਪਿਆਰ ਕਿੱਧਰੋਂ, ਉਹ ਫਿਰ ਨੇ ਆਪਣੇ ਪਰਿਵਾਰ ਵਿੱਚੋਂ ਪਿਆਰ ਲੱਭਣ ਦੀ ਕੋਸ਼ਿਸ਼ ਕਰਦਾ। ਉਹ ਜਿੰਨਾ ਪਿਆਰ ਉਹਨੂੰ ਰੱਬ ਨੂੰ ਕਰਨਾ ਚਾਹੀਦਾ, ਜਿੰਨਾ ਉਹਨਾਂ ਆਪਣੇ ਪਰਿਵਾਰ ਨੂੰ ਕਰਦਾ, ਅਤੇ ਉਹ ਕਿਤੇ ਨਾ ਕਿਤੇ ਉਹ ਸੋਚਦਾ ਕਿ ਹਾਂ ਮੈਨੂੰ ਸ਼ਾਇਦ ਉੱਧਰੋਂ ਦੀ ਉਨਾ ਹੀ ਰਿਟਰਨ ਮਿਲ ਜਾਏਗਾ, ਉਨਾ ਹੀ ਆਨੰਦ ਮਿਲ ਜਾਏਗਾ, ਅਤੇ ਉਹ ਫਿਰ ਆਪਣੇ ਪਰਿਵਾਰ 'ਤੇ ਨਾ ਡਿਪੈਂਡ ਹੋਣਾ ਸ਼ੁਰੂ ਹੋ ਜਾਂਦਾ। ਅਤੇ ਜਦ ਕਿ ਸਾਨੂੰ ਪਰਮਾਤਮਾ ਉੱਤੇ ਡਿਪੈਂਡ ਹੋਣਾ, ਅਸੀਂ ਪਰਿਵਾਰ 'ਤੇ ਡਿਪੈਂਡ ਹੋਣਾ ਸ਼ੁਰੂ ਹੋ ਜਾਂਦੇ ਹਾਂ। ਅਤੇ ਪਰਿਵਾਰ ਹਰ ਪਾਸੇ ਰਹਿ ਨਹੀਂ ਸਕਦਾ, ਪਰ ਜਿਹੜਾ ਗੁਰੂ ਹੈ, ਜਿਹੜਾ ਪਰਮਾਤਮਾ ਹੈ, ਉਹ ਤਾਂ ਸਾਡੇ ਅੰਗ ਸੰਗ ਸਹਾਈ ਹੈ। ਮੈਨੂੰ ਇੱਕ ਨਾ ਮੰਮਾ ਦੀ ਗੱਲ ਯਾਦ ਆ ਰਹੀ ਹੈ। ਮੰਮਾ ਨਾ ਮੈਨੂੰ ਛੋਟੇ ਹੋ ਕਿਹਾ ਕਰਦੇ ਸੀ ਕਿ ਜਦ ਮੈਨੂੰ ਕੋਈ ਡਰ ਜਾਂ ਜਾਂ ਫਿਰ ਪਰੇਸ਼ਾਨੀ ਲੱਗਦੀ ਸੀ ਨਾ, ਅਤੇ ਹਰ ਵਾਰੀ ਇਹ ਹੁੰਦਾ ਨਾ, ਬੱਚੇ ਨੂੰ ਹੁੰਦਾ ਕਿ ਮੰਮਾ ਕੋਲ ਹੈਗੀ ਹੈ ਤਾਂ ਬਸ ਫਿਰ ਠੀਕ ਹੈ। ਅਤੇ ਮੰਮਾ ਕਹਿੰਦੇ ਸੀਗੇ ਕਿ ਤੂੰ ਨਾ ਜਦ ਮੈਂ ਹੋਵੇ ਨਾ ਕੁਛ ਵੀ ਨਾ ਹੋਵੇ, ਤੂੰ ਨਾ ਬਸ ਇੱਕ ਚੀਜ਼ ਪੜ੍ਹੇ ਕਰ, ਕੀ ਕਹਿੰਦੇ ਗੁਰਬਾਣੀ ਦੀ ਤੁਕ ਹੈ, ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਕਿ ਮਤਲਬ ਮੈਂ ਹੁਣ ਸੋਚਦਾ ਕਿੰਨੀ ਜ਼ਿਆਦਾ ਪਾਵਰਫੁੱਲ ਹੈਗੀ ਹੈ ਇਹ ਨਾਮ, ਕਿ ਜਦ ਕੋਈ ਵੀ ਸਾਡੇ ਫੈਮਿਲੀ ਮੈਂਬਰ ਕੋਈ ਵੀ ਨਹੀਂ ਹੈ, ਕੋਈ ਵੀ ਸਾਡੇ ਆਸ ਪਾਸ ਨਹੀਂ ਹੈ, ਮਤਲਬ ਸਾਰੀ ਦੁਨੀਆ ਜਦ ਛੱਡ ਵੀ ਦੇਗੀ ਨਾ ਤੈਨੂੰ, ਤਾਂ ਵੀ ਉਹ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਤੇਰੇ ਸਹਾਈ ਹੋਏਗਾ। ਉਹ ਮਨ ਨੂੰ ਕਿੰਨਾ ਅੱਛੀ ਤਰ੍ਹਾਂ ਸਮਝਾਉਂਦੇ ਨੇ ਕਿ ਉਹ ਤੇਰਾ ਸਹਾਈ ਹੈ। ਮੈਂ ਫਿਰ ਤੋਂ ਇੱਕ ਵਾਰੀ ਸੰਗਤ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼
हैंड रेस राही या फिर चैट राही प्लीज़ अपना करन। एक मनदीप कौर ईपीपी नंबर ਦਾ हैंड रेस है जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਹ ਸ਼ਲੋਕ ਦੀ ਸਮਝ ਲੱਗਦੀ ਹੈ ਕਿ ਕਬੀਰ ਵਿੱਚ ਜਿਵੇਂ ਵੀ ਤੁਸੀਂ ਕਿਹਾ ਕਿ ਇੱਥੇ ਜੇ ਕਹਿ ਰਹੇ ਨੇ ਕਿ ਜਿਹੜਾ ਸੰਸਾਰੀ ਮਨੁੱਖ ਹੈ ਨਾ ਉਹ ਆਪਣੇ ਜਿਹੜੇ ਸੰਸਾਰੀ ਕੰਮਾਂ ਧੰਦਿਆਂ ਵਿੱਚ ਲੱਗਾ ਪਿਆ, ਉਸਨੇ ਸਿਮਰਨ ਛੱਡ ਦਿੱਤਾ ਤੇ ਜਿਹੜਾ ਫਿਰ ਉਸ ਤੋਂ ਬਾਅਦ ਆਪਣੇ ਟੱਬਰ ਨੂੰ ਪਾਲਦਾ ਹੈ, ਬਸ ਸੰਸਾਰੀ ਧੰਦਿਆਂ 'ਚ ਉਸਦੀ ਉਮਰ ਲੰਘ ਜਾਂਦੀ ਹੈ ਤੇ ਉਹ ਸਿਮਰਨ ਉਹਨੂੰ ਯਾਦ ਨਹੀਂ ਆਉਂਦਾ। ਜਦੋਂ ਉਹ ਫਿਰ ਉਹਦੀ ਉਮਰ ਲੰਘਦੀ ਹੈ ਤਾਂ ਫਿਰ ਸਿਮਰਨ ਕਰਨ ਦਾ ਕੀ ਫਾਇਦਾ ਹੈ। ਜਦੋਂ ਜਮਾ ਨੇ ਖਵਾਈ ਸਿਰ ਤੇ ਲੈਣ ਦੀ, ਫਿਰ ਸਿਮਰਨ ਕਰਨ ਦਾ ਕੀ ਫਾਇਦਾ। ਇੱਕ ਮੈਂ ਸਟੋਰੀ ਸ਼ੇਅਰ ਕਰਨਾ ਚਾਹਾਂਗੀ, ਰੀਅਲ ਸਟੋਰੀ ਹੈ। ਇੱਕ ਵਾਰ ਨਾ ਦੋ ਗੁਰਮੁਖ ਹੁੰਦੇ ਨੇ, ਪਹਿਲਾਂ ਇੱਕ ਗੁਰਮੁਖ ਹੁੰਦਾ ਫਿਰ ਦੂਸਰਾ ਹੁੰਦਾ ਜਿਹੜਾ ਉਹ ਮਾੜੀ ਸੰਗਤ ਵਿੱਚ ਹੁੰਦਾ। ਤਾਂ ਨਾ ਉਹ ਦੂਸਰਾ ਵੀ ਚਲੋ ਹੌਲੀ ਹੌਲੀ ਗੁਰੂ ਦੀ ਕਿਰਪਾ ਨਾਲ ਉਹ ਵੀ ਸਾਬਤ ਸੂਰਤ ਬਣ ਜਾਂਦਾ ਤੇ ਫਿਰ ਉਹਨਾਂ ਦੋਨਾਂ ਦੀਆਂ ਇੱਕ ਬੇਟੀ ਹੁੰਦੀਆਂ ਨੇ। ਦੋਨਾਂ ਗੁਰਮੁਖਾਂ ਦੀ ਇੱਕ ਬੇਟੀ ਹੁੰਦੀ ਹੈ। ਤਾਂ ਇੱਕ ਜਿਹੜੇ ਪਹਿਲਾਂ ਤੋਂ ਹੀ ਗੁਰਮੁਖ ਸੀ ਜਿਹੜਾ, ਤਾਂ ਉਹ ਤਾਂ ਸਿਮਰਨ ਕਰਦਾ ਸੀ, ਹਰ ਰੋਜ਼ ਗੁਰਦੁਆਰੇ ਜਾਂਦਾ ਸੀ। ਉਹਦੀ ਜਿਹੜੀ ਬੇਟੀ ਸੀ ਉਹ ਵੀ ਧਮਾਲਾ ਸਾਹਿਬ ਬਣਦੀ ਸੀ, ਅੰਮ੍ਰਿਤ ਛਕਿਆ ਹੋਇਆ ਸੀ ਉਹਨੇ ਵੀ। ਤਾਂ ਜਿਹੜੀ ਦੂਸਰੀ ਹੁੰਦੀ ਹੈ ਨਾ ਉਹ ਐਵੇਂ ਬਿਲਕੁਲ, ਮਤਲਬ ਜਿਹੜੀ ਬੇਟੀ ਹੁੰਦੀ ਹੈ ਉਹ ਵਿਚਾਰੀ ਦੀ, ਤਾਂ ਉਹ ਤਾਂ ਕਹਿੰਦੀ ਹੈ ਪਾਪਾ, ਉਹ ਹਰ ਰੋਜ਼ ਕਹਿੰਦੀ ਉਹ ਸਦਾ ਕਾਹਲੀ ਵਿੱਚ ਰਹਿੰਦਾ ਤੇ ਨਾ ਉਹ ਜਿਹੜਾ ਉਹਦੇ ਆਪਣੇ ਪਾਪਾ ਨੂੰ ਕਹਿੰਦੀ ਹੈ ਇੱਕ ਦਿਨ, ਪਾਪਾ ਆਪਾਂ ਗੁਰਦੁਆਰੇ ਚਲੀਏ। ਤਾਂ ਉਹ ਕਹਿੰਦਾ ਨਹੀਂ ਪੁੱਤਰ ਆਪਾਂ ਲੇਟ ਹੋ ਰਹੇ ਹਾਂ। ਤਾਂ ਫਿਰ ਉਹ ਕਹਿੰਦੀ ਹੈ ਕਿ ਨਹੀਂ ਪਾਪਾ ਤੁਸੀਂ ਰੋਜ਼ ਕਹਿੰਦੇ ਹੋ ਕੱਲ ਨੂੰ ਚੱਲਾਂਗੇ ਮੈਨੂੰ ਨਹੀਂ ਪਤਾ, ਤੁਸੀਂ ਲੈ ਕੇ ਜਾਓ। ਤਾਂ ਨਾ ਉਹ ਫਿਰ ਕਹਿੰਦਾ ਠੀਕ ਹੈ ਚੱਲ ਦੇਖਦੇ ਹਾਂ। ਫਿਰ ਜਦੋਂ ਉਹ ਹਰ ਰੋਜ਼ ਗੁਰਦੁਆਰੇ ਜੱਗੂ ਹੀ ਲੰਘਦਾ ਪਰ ਕਦੇ ਮੁझे ਮੱਥਾ ਨਹੀਂ ਟੇਕਿਆ। ਤਾਂ ਫਿਰ ਉਹਨੇ ਨਾ ਸਕੂਟਰ ਤੋਂ ਉਤਰ ਕੇ ਨਾ ਉਸਦੇ ਆਪਣੀ ਬੇਟੀ ਨੂੰ ਉਤਰਨ ਨਹੀਂ ਦਿੱਤਾ, ਤਾਂ ਉੱਥੇ ਬੈਠੀ ਰਹੀ। ਆਪ ਸਕੂਟਰ ਤੋਂ ਉਤਰ ਕੇ ਸੜਕ ਤੇ ਸਕੂਟਰ ਖੜਿਆ ਹੋਇਆ ਸੀ ਉਸਦਾ, ਤਾਂ ਆਪ ਉਤਰ ਕੇ ਉਸਨੇ ਨਾ ਦਰਵਾਜ਼ੇ ਦੇ ਅੱਗੋਂ ਬਸ ਇੰਝ ਮੱਥਾ ਟੇਕ ਕੇ ਤੇ ਆਪਣੀ ਲੜਕੀ ਦੇ ਵੀ ਇੰਝ ਹੱਥ ਲਾ ਦਿੱਤਾ ਆ ਕੇ। ਪਰ ਫਿਰ ਉਹ ਲੜਕੀ ਕਹਿੰਦੀ ਹੈ ਕਿ ਪਾਪਾ ਜੀ ਇਹ ਕੋਈ ਮੱਥਾ ਟੇਕਣਾ ਹੋਇਆ, ਇਹ ਮੱਥਾ ਟੇਕਣਾ ਥੋੜੀ ਨਾ ਹੁੰਦਾ। ਤਾਂ ਫਿਰ ਦੂਸਰੇ ਦੂਸਰੇ ਗੁਰਮੁਖ ਦੀ ਹੁੰਦੀ ਹੈ ਬੇਟੀ, ਉਹ ਮੱਥਾ ਟੇਕ ਕੇ ਆਉਂਦੇ ਨੇ, ਕਿੰਨਾ ਚਿਰ ਸੰਗਤ ਕਰਕੇ ਆਉਂਦੇ ਨੇ। ਤਾਂ ਫਿਰ ਜਦੋਂ ਉਹ ਵੀ ਉਸ ਟਾਈਮ ਬਾਹਰ ਆਉਂਦੇ ਨੇ ਨਾ, ਤਾਂ ਫਿਰ ਉਹ ਜਦੋਂ ਸਕੂਟਰ ਤੇ ਬੈਠ ਕੇ ਜਾਣ ਲੱਗਦਾ ਹੈ ਤਾਂ ਦੂਸਰਾ ਗੁਰਮੁਖ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਬੁਲਾਉਂਦਾ। ਤਾਂ ਉਹਨੂੰ ਕਹਿੰਦਾ ਮੂਰਖਾ ਸਦਾ ਕਾਹਲੀ ਵਿੱਚ ਰਹਿਣਾ, ਕਦੇ ਫਤਿਹ ਵੀ ਇਸ ਤਰ੍ਹਾਂ ਬੁਲਾ ਦਿਆ ਕਰ। ਤਾਂ ਉਹ ਕਹਿੰਦਾ ਬਸ ਭਾਜੀ ਕੰਮ ਤੇ ਜਾਣਾ, ਕਾਹਲੀ ਬੜੀ ਹੈ। ਤਾਂ ਫਿਰ ਉਹ ਕਹਿੰਦਾ ਵੀ ਹੁਣ ਗੁਰੂ ਦੀ ਕਿਰਪਾ ਨਾਲ ਤੂੰ ਸਾਬਤ ਸੂਰਤ ਬਣ ਗਿਆ, ਤਾਂ ਹੁਣ ਇੱਕ ਕਸਰ ਜਿਹੜੀ ਰਹਿ ਗਈ ਹੈ ਅੰਮ੍ਰਿਤ ਛਕਣ ਦੀ, ਗੁਰੂ ਦੇ ਲੜ ਲੱਗਣ ਦੀ, ਉਹ ਵੀ ਪੂਰੀ ਕਰ ਦੇ। ਤਾਂ ਫਿਰ ਉਹ ਕਹਿੰਦਾ ਵੀ ਕੋਈ ਨਾ, ਹਜੇ ਤਾਂ ਪਹਿਲਾਂ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਈਏ, ਬਹੁਤ ਉਮਰ ਪਈ ਹੈ ਤੇ ਘਰ ਸੰਭਾਲ ਲਈਏ, ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਈਏ, ਹਜੇ ਬਹੁਤ ਉਮਰ ਪਈ ਹੈ। ਤੇ ਉਸੇ ਦਿਨ ਹੀ ਚਲੋ ਉਹ ਗੁਰਮੁਖ ਆਪਣੇ ਘਰ ਚਲਾ ਜਾਂਦਾ ਹੈ, ਤਾਂ ਉਹ ਆਪਣੇ ਕੰਮ ਤੇ ਚਲਾ ਜਾਂਦਾ ਹੈ। ਔਰ ਉਸਨੂੰ ਆਪਣੀ ਜਾਂਦੇ ਹੋਏ ਉਸਨੇ ਆਪਣੀ ਬੇਟੀ ਨੂੰ ਸਕੂਲ ਛੱਡ ਕੇ ਜਾਣਾ ਹੁੰਦਾ ਹੈ। ਤਾਂ ਉਹ ਅਜੇ ਸਕੂਲ ਵੀ ਨਹੀਂ ਹਜੇ ਪਹੁੰਚਦੇ, ਇਹਨਾਂ ਦਾ ਰਾਜ ਵਿੱਚ ਇਹਨਾਂ ਦੋਨਾਂ ਦਾ, ਬੇਟੀ ਦਾ ਵੀ ਤੇ ਉਸਦੇ ਪਾਪਾ ਦਾ ਵੀ ਰਾਹ ਵਿੱਚ ਹੀ ਐਕਸੀਡੈਂਟ ਹੋ ਜਾਂਦਾ। ਤਾਂ ਫਿਰ ਉਸਦੇ ਪਾਪਾ ਦੀ ਤਾਂ ਡੈਥ ਹੋ ਜਾਂਦੀ ਹੈ, ਜਿਹੜਾ ਕਹਿੰਦੇ ਸੀ ਕਿ ਬਹੁਤ ਉਮਰ ਪਈ ਹੈ। ਤਾਂ ਉਸਦੇ ਪਾਪਾ ਦੀ ਡੈਥ ਹੋ ਜਾਂਦੀ ਹੈ। ਚਲੋ ਜਿਹੜੀ ਬੇਟੀ ਹੁੰਦੀ ਹੈ ਉਸਦੇ ਸਿਰ ਤੇ ਸੱਟ ਲੱਗਦੀ ਹੈ। ਤਾਂ ਉੱਥੇ ਫਿਰ ਉਸ ਤੋਂ ਬਾਅਦ ਬੇਟੀ ਜਿਹੜੀ ਘਰ ਜਾ ਕੇ ਉਸਨੂੰ ਘਰ ਲੈ ਜਾਂਦੇ ਨੇ ਉਸਦੇ ਘਰ ਦੇ। ਫਿਰ ਉਸ ਤੋਂ ਬੇਟੀ ਉਸਦੇ ਜਿਹੜੇ ਗੁਰਮੁਖ ਉਹਨਾਂ ਨੂੰ ਮਿਲੇ ਸੀ ਅੰਕਲ, ਉਹਨਾਂ ਨੇ ਫੋਨ ਕੀਤਾ ਕਿ ਅੰਕਲ ਜਲਦੀ ਆ ਜਾਓ, ਪਾਪਾ ਨੂੰ ਕੁਛ ਹੋ ਗਿਆ। ਤੇ ਫਿਰ ਜਦੋਂ ਉਹ ਆਉਂਦੇ ਨੇ ਨਾ, ਤਾਂ ਉਹ ਰਾਹ ਵਿੱਚ ਨਾ ਜਦੋਂ ਉਹ ਬੰਦਾ ਜਿਹੜਾ ਗੁਰਮੁਖ ਦੂਸਰਾ ਸੀ, ਜਿਹੜਾ ਹਰ ਰੋਜ਼ ਗੁਰਦੁਆਰੇ ਜਾਂਦਾ ਸੀ, ਉਹਦੇ ਕੋਲ ਹੈ ਫਿਰ ਵੀ ਸਾਈਕਲ ਸੀ, ਪਰ ਉਹ ਫਿਰ ਵੀ ਗੁਰੂ ਦੇ ਭਾਣੇ ਵਿੱਚ ਰਹਿੰਦਾ ਸੀ।
ਤੇ ਫਿਰ ਉਹ ਜਦੋਂ ਗੁਰਮੁਖ ਜਾਂਦਾ ਜਾਂਦਾ ਇੰਨੀ ਦੂਰ ਘਰ ਸੀ, ਉਹ ਇੰਨੀ ਤੇਜ਼ ਸਾਈਕਲ ਤੇ ਜਾ ਰਿਹਾ ਸੀ, ਤਾਂ ਉਹੀ ਗੱਲਾਂ ਸੋਚ ਰਿਹਾ ਸੀ ਜੋ ਉਸਦੇ ਦਿਮਾਗ ਵਿੱਚ ਉਹੀ ਗੱਲਾਂ ਆ ਰਹੀਆਂ ਸਨ ਕਿ ਜੋ ਉਸਨੇ ਕਿਹਾ ਸੀ ਹਜੇ ਬਹੁਤ ਉਮਰ ਪਈ ਹੈ, ਹਜੇ ਬਹੁਤ ਉਮਰ ਪਈ ਹੈ। ਪਰ ਇਸ ਲਈ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਫਿਰ ਉਸਨੇ ਸਾਨੂੰ ਕਿਹਾ, ਉਸਨੇ ਪਹਿਲਾਂ ਵੀ ਸਾਨੂੰ ਕਿਹਾ ਸੀ ਕਿ ਮੂਰਖਾ, ਇੱਕ ਪਲ ਦਾ ਨਹੀਂ ਪਤਾ, ਤੂੰ ਕਹਿੰਦਾ ਬੜੀ ਉਮਰ ਪਈ ਹੈ। ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਕਿ ਜੇ ਅਸੀਂ ਘਰ ਦੀ ਸਟੇਜ ਤੇ ਅਸੀਂ ਆਪਣਾ ਘਰ ਪਾਲ ਰਹੇ ਹਾਂ, ਤਾਂ ਟੱਬਰ ਦੇ ਵਿੱਚ ਹਾਂ, ਤਾਂ ਪਰ ਨਾਲ ਨਾਲ ਸਾਨੂੰ ਸਿਮਰਨ ਜ਼ਰੂਰ ਕਰਨਾ ਚਾਹੀਦਾ। ਸਿਮਰਨ ਬਿਲਕੁਲ ਛੱਡਣਾ ਨਹੀਂ ਚਾਹੀਦਾ, ਕਿਉਂਕਿ ਸਾਨੂੰ ਇੱਕ ਮਿੰਟ ਦਾ ਨਹੀਂ ਪਤਾ, ਕਿਉਂਕਿ ਹੁਣ ਅਸੀਂ ਵਿਦਿਆਈ ਵਿਚਾਰ ਕਰ ਰਹੇ ਹਾਂ, ਤਾਂ ਪਰ ਸਾਨੂੰ ਕਿਸੇ ਨੂੰ ਵੀ ਸਾਡਾ ਇੱਕ ਮਿੰਟ ਦਾ ਨਹੀਂ ਪਤਾ ਹੈ, ਕਿ ਇੱਕ ਪਲ ਦਾ ਨਹੀਂ ਪਤਾ ਕਿ ਅਸੀਂ ਕਦੋਂ ਚਲੇ ਜਾਣਾ ਹੈ। ਕੁਝ ਮੂਵੀ ਦਾ ਨਾਮ ਹੈ, ਜਿਨ੍ਹਾਂ ਨੇ ਨਹੀਂ ਦੇਖੀ ਉਹ ਜ਼ਰੂਰ ਦੇਖਣ ਦੀ, ਵੈਸੇ ਸਾਰਿਆਂ ਨੇ ਦੇਖੀ ਹੋਊਗੀ। ਉਸਦਾ ਮੂਵੀ ਦਾ ਨਾਮ ਹੈ ਕਿ ਇੱਕ ਪਲ। ਮੈਂ ਵੀ ਮੂਵੀ ਦੇਖੀ ਸੀ, ਤੇ ਇਸ ਤੋਂ ਇਹ ਸਿੱਖਿਆ ਮਿਲਦੀ ਹੈ, ਜਿਵੇਂ ਇਸ ਵਿੱਚ ਕਬੀਰ ਜੀ ਕਹਿ ਰਹੇ ਨੇ ਵੀ ਸਿਮਰਨ ਨਾ ਛੱਡੋ, ਤਾਂ ਉਸੇ ਤਰ੍ਹਾਂ ਹੀ ਜਿਹੜਾ ਧੰਦਿਆਂ ਵਿੱਚ ਲੱਗਾ ਰਿਹਾ ਸਾਰੀ ਮਨੁੱਖ ਜੀਵ ਆਤਮਕ ਜਿਹੜਾ ਧੰਦਿਆਂ ਵਿੱਚ ਲੱਗਾ ਰਹਿੰਦਾ ਹੈ, ਆਖਰ ਉਸਦੀ ਮੌਤ ਹੋ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੋਹਣੀ ਭੈਣ ਜੀ ਨੇ ਸਾਨੂੰ ਸਟੋਰੀ ਦੱਸੀ, ਤੇ ਬਹੁਤ ਮਤਲਬ ਜਿਵੇਂ ਇਹ ਸਟੋਰੀ ਛੋਟੀ ਸੀ ਤੇ ਸਿੱਖਿਆ ਬਹੁਤ ਵੱਡੀ ਸੀ ਇਹਦੇ ਵਿੱਚੋਂ। ਇਹ ਸਟੋਰੀ ਤੋਂ ਨਾ ਮੈਨੂੰ ਇੱਕ ਫਰਮਾਨ ਯਾਦ ਆ ਰਿਹਾ, ਹਰ ਜਪਦੇ ਆਖਿਨ ਢਿਲ ਨਾ ਕੀ ਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ ਕਿ ਨਾ ਆਵੈ ਰਾਮ। ਕਿ ਜਿਹੜੀ ਮੈਨੂੰ ਮੇਰੀ ਕੀ ਕਹਿੰਦੇ ਪਰਮਾਤਮਾ ਨੂੰ ਜਪਦਿਆਂ ਮੈਨੂੰ ਢਿਲ ਕਿਉਂ ਕਰਨੀ ਹੈ, ਕਿ ਮੈਨੂੰ ਪਤਾ ਹੀ ਨਹੀਂ ਹੈ, ਮੈਨੂੰ ਪਤਾ ਹੀ ਨਹੀਂ ਹੈ ਕਿ ਮੇਰਾ ਅਗਲਾ ਸਾਹ ਆਣਾ ਵੀ ਹੈ ਕਿ ਨਹੀਂ ਆਣਾ, ਫਿਰ ਕਿਉਂ ਢਿਲ ਕਰ ਰਿਹਾ ਤੂੰ। ਇੱਕ ਮਨਜੀਤ ਕੌਰ ਅੰਬਾਲਾ ਤੋਂ ਹੈਂਡ ਰੇਸ ਹੈ ਜੀ, ਪਲੀਜ਼ ਉਹਨਾਂ ਨੂੰ ਵੀ ਸਪੋਰਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਕਬੀਰ ਜੀ ਕਹਿੰਦੇ ਨੇ ਕਿ ਧੰਦਾ ਜੋ ਹੈ ਹਰ ਕਾ ਸਿਮਰਨ ਛੱਡ ਕੇ ਪਾਲਿਓ ਮਤ ਕੁਟੰਬ। ਕਿ ਮਤਲਬ ਇਹਦਾ ਇਹ ਮਤਲਬ ਹੈ ਕਿ ਅਸੀਂ ਆਪਣਾ ਕੁਟੰਬ ਜੋ ਪਾਲਣਾ ਹੈ ਉਹ ਸਾਡੀ ਜ਼ਿੰਮੇਵਾਰੀ ਹੈ। ਨਾਲ ਉਹਨਾਂ ਨੇ ਕਿਹਾ ਕਿ ਹਰ ਕਾ ਸਿਮਰਨ ਛੱਡ ਕੇ ਪਾਲਿਓ ਮਤ ਕੁਟੰਬ। ਜੋ ਇਹ ਕੁਟੰਬ ਨੂੰ ਅਸੀਂ ਨਾ ਪਾਲੀਏ ਔਰ ਪਰਮਾਤਮਾ ਦਾ ਸਿਮਰਨ ਕਰਦੇ ਰਹੀਏ, ਕੀ ਇਹ ਠੀਕ ਹੈ? ਨਹੀਂ। ਇਹ ਤਾਂ ਧੰਦਾ ਬਣੇਗਾ ਸਾਡੇ ਕੁਟੰਬ ਨੂੰ ਪਾਲਣਾ, ਜੇ ਅਸੀਂ ਪਰਮਾਤਮਾ ਦਾ ਨਾਮ ਵਿਸਾਰ ਕੇ ਕੁਟੰਬ ਨੂੰ ਪਾਲਾਂਗੇ। ਸਾਡੀ ਜ਼ਿੰਮੇਵਾਰੀ ਹੈ, ਇਹ ਸਾਨੂੰ ਪਰਮਾਤਮਾ ਨੇ ਇਹ ਸੰਬੰਧ ਬਣਾਏ ਨੇ, ਬੱਚੇ, ਮਾਤਾ ਪਿਤਾ, ਭੈਣ ਭਰਾ, ਇਹ ਸਾਰੇ ਸੰਬੰਧ ਪਰਮਾਤਮਾ ਨੇ ਬਣਾਏ ਨੇ। ਸਾਨੂੰ ਜਿਹੜਾ ਆਪਣੇ ਕੁਟੰਬ ਦੀ ਪਾਲਣਾ ਕਰਨੀ ਇਹ ਸਾਡਾ ਫਰਜ਼ ਹੈ, ਲੇਕਿਨ ਇਸ ਫਰਜ਼ ਨੂੰ ਅਸੀਂ ਕਿਵੇਂ ਨਿਭਾਣਾ ਹੈ? ਹਰ ਕਾ ਸਿਮਰਨ ਛੱਡ ਕੇ ਨਹੀਂ ਨਿਭਾਣਾ। ਹਰੀ ਦਾ ਸਿਮਰਨ ਕਰਦੇ ਹੋਇਆ ਅਸੀਂ ਇਸ ਕੁਟੰਬ ਦੀ ਪਾਲਣਾ ਕਰਨੀ। ਇਹ ਜੋ ਕੁਟੰਬ ਹੈ ਇਹਨਾਂ ਦੇ ਵਿੱਚ ਵੀ ਜਦੋਂ ਅਸੀਂ ਪਰਮਾਤਮਾ ਨੂੰ ਹੀ ਦੇਖਣਾ, ਅਸੀਂ ਘਰ ਦੇ ਕੰਮ ਕਰਨੇ ਆ, ਅਸੀਂ ਆਪਣੇ ਕੁਟੰਬ ਦੀ ਪਾਲਣਾ ਕਰਨੀ ਹੈ, ਤੇ ਇਹਨੂੰ ਵੀ ਉਸ ਪਰਮਾਤਮਾ ਦੀ ਸੇਵਾ ਸਮਝ ਕੇ ਕਰਨੀ ਹੈ। ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਆ, ਨਿੱਕੀ ਤੇਰੀ ਬਿਗਾੜੀ ਆਲੇ ਤੇਰਾ ਨਾਮ। ਇਹ ਵੀ ਸਾਨੂੰ ਇੱਕ ਰੱਬ ਵੱਲੋਂ ਵੰਗਾਰ ਪਈ ਹੋਈ ਹੈ, ਜਿਹੜੀ ਕਿ ਅਸੀਂ ਇਹਨੂੰ ਨਿੱਕੀ ਕਰਕੇ ਅੱਛੀ ਸਮਝ ਕੇ ਇਸ ਵੰਗਾਰ ਦੀ ਅਸੀਂ ਪਾਲਣਾ ਕਰਨੀ ਹੈ। ਪਰਮਾਤਮਾ ਦਾ ਨਾਮ ਜਪਦੇ ਹੋਇਆ ਅਸੀਂ ਇਸ ਕੁਟੰਬ ਦੀ ਪਾਲਣਾ ਕਰਨੀ ਹੈ। ਅਗਰ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਛੱਡ ਕੇ ਤਾਂ ਕੋਈ ਅਗਰ ਇਸ ਕੁਟੰਬ ਦੀ ਪਾਲਣਾ ਕਰਦਾ ਹੈ, ਅਸੀਂ ਕੋਈ ਐਸੇ ਕੰਮ ਕਰਦੇ ਹਾਂ ਕਿ ਜਿਹੜੇ ਸਾਨੂੰ ਕਰਨੇ ਪਰਮਾਤਮਾ ਵੱਲੋਂ, ਸਾਡੇ ਗੁਰੂ ਸਾਹਿਬ ਜੀ ਵੱਲੋਂ ਕਰਨੇ ਵਰਜਿਤ ਨੇ, ਉਹ ਸਭ ਕੰਮ ਕਰਦੇ ਹੋਇਆ ਅਸੀਂ ਕੁਟੰਬ ਦੀ ਪਾਲਣਾ ਕਰਦੇ ਹਾਂ, ਤੇ ਉਹ ਧੰਦਾ ਹੈ। ਲੇਕਿਨ ਅਗਰ ਅਸੀਂ ਪਰਮਾਤਮਾ ਨੂੰ ਚੇਤੇ ਰੱਖ ਕੇ ਆਪਣੇ ਫਰਜ਼ ਸਮਝ ਕੇ ਸਹੀ ਮਾਰਗ ਤੇ ਚੱਲਦੇ ਹੋਏ ਜਦੋਂ ਕਿਸੇ ਨੇ ਆਪਣੇ ਕੁਟੰਬ ਦੀ ਪਾਲਣਾ ਕਰਨੀ ਹੈ, ਤੇ ਉਹਨੇ ਇਹ ਦੇਖਣਾ ਨਾਲ ਨਾਲ ਕਿ ਮੈਂ ਜੋ ਕੰਮ ਕਰ ਰਿਹਾ ਹਾਂ ਕਿ ਇਹ ਮੇਰੇ ਗੁਰੂ ਸਾਹਿਬ ਜੀ ਦੇ ਆਸ਼ੇ ਅਨੁਸਾਰ ਠੀਕ ਹੈ। ਮੈਂ ਆਪਣੇ ਕੁਟੰਬ ਦੀ ਪਾਲਣਾ ਕਰਨ ਵਾਸਤੇ ਕਿਰਤ ਕਰ ਰਿਹਾ ਹਾਂ, ਉਹ ਕੀ ਮੈਂ ਠੀਕ ਕਿਰਤ ਕਰ ਰਿਹਾ ਹਾਂ, ਫਿਰ ਤੇ ਠੀਕ। ਲੇਕਿਨ ਅਗਰ ਮੈਂ ਲਾਲਚ ਕਰ ਰਿਹਾ, ਮੇਰੇ ਬੱਚਿਆਂ ਨੂੰ ਕੁਛ ਚਾਹੀਦਾ ਹੈ, ਉਹ ਜਿੰਨੀ ਮੇਰੀ ਸਮਰੱਥਾ ਹੈ ਮੈਂ ਕੰਮ ਕਰਕੇ ਜੋ ਕਮਾ ਕੇ ਲੈ ਕੇ ਆ ਰਿਹਾ ਹਾਂ,
ਉਹਨੇ ਵਿੱਚ ਗੁਜ਼ਾਰਾ ਕਰ ਰਿਹਾ ਵਾਂ ਫਿਰ ਤੇ ਠੀਕ। ਲੇਕਿਨ ਬੱਚਿਆਂ ਦੀ ਹੋਰ ਉਮੀਦਾਂ ਪਾਲਣ ਪੂਰੀਆਂ ਕਰਨ ਦੇ ਵਾਸਤੇ ਅਗਰ ਅਸੀਂ ਗਲਤ ਕੰਮ ਕਰ ਰਹੇ ਹਾਂ, ਰਿਸ਼ਵਤਾਂ ਲੈ ਰਹੇ ਹਾਂ, ਗਲਤ ਕੰਮ ਕਰਕੇ ਗਲਤ ਕਮਾਈ ਲਿਆ ਕੇ ਅਸੀਂ ਉਹਨਾਂ ਦੇ ਉੱਤੇ ਉਹਨਾਂ ਦੀ ਪਾਲਣਾ ਕਰ ਰਹੇ ਹਾਂ, ਤੇ ਉਹ ਫਿਰ ਸਾਡੀ ਜੋ ਹੈ ਕੰਮ ਕੀ ਬਣ ਜਾਏਗਾ, ਪਾਲਣਾ, ਬੱਚਿਆਂ ਨੂੰ ਪਾਲਣਾ ਕੀ ਬਣ ਜਾਏਗਾ ਧੰਦਾ। ਇਸ ਕਰਕੇ ਅਸੀਂ ਉਹ ਧੰਦੇ ਵਿੱਚ ਨਹੀਂ ਪੈਣਾ। ਅਸੀਂ ਉਸ ਆਪਣੇ ਇਸ ਫਰਜ਼ ਦੀ ਪਾਲਣਾ ਵੀ ਕਰਨੀ ਹੈ, ਇਸ ਤੋਂ ਅਸੀਂ ਫਰਜ਼ ਤੋਂ ਮੂੰਹ ਨਹੀਂ ਮੋੜਨਾ, ਲੇਕਿਨ ਇਸ ਤਰੀਕੇ ਨਾਲ ਪਾਲਣਾ ਕਰਨੀ ਹੈ ਫਰਜ਼ ਦੀ ਕਿ ਹਰ ਕਾ ਸਿਮਰਨ ਨਹੀਂ ਛੋੜਨਾ। ਪਰਮਾਤਮਾ ਦਾ ਸਾਡਾ ਸਭ ਤੋਂ ਮੁੱਖ ਜੋ ਹੈ ਸਾਨੂੰ ਇਹ ਧਿਆਨ ਰੱਖਣਾ ਹੈ ਕਿ ਸਾਡਾ ਮੇਨ ਮਕਸਦ ਹੈ ਪਰਮਾਤਮਾ ਦਾ ਸਿਮਰਨ ਕਰਦੇ ਹੋਇਆ ਇਸ ਕੁਟੁੰਬ ਦੀ ਪਾਲਣਾ ਕਰਨਾ। ਅਗਰ ਅਸੀਂ ਪਰਮਾਤਮਾ ਦਾ ਸਿਮਰਨ ਛੋੜ ਕੇ ਕੁਟੁੰਬ ਦੀ ਪਾਲਣਾ ਕਰਦੇ ਹਾਂ ਤਾਂ ਉਹ ਧੰਦਾ ਬਣਦਾ ਹੈ। ਅਗਰ ਅਸੀਂ ਪਰਮਾਤਮਾ ਦਾ ਸਿਮਰਨ ਕਰਦੇ ਹੋਏ ਆਪਣੇ ਪਰਿਵਾਰ ਦੀ ਪਾਲਣਾ ਕਰਦੇ ਹਾਂ ਤੇ ਉਹ ਸਾਡਾ ਧੰਦਾ ਨਹੀਂ ਬਣ ਜਾਂਦਾ, ਉਹ ਵੀ ਸਾਡਾ ਸਿਮਰਨ ਬਣ ਜਾਂਦਾ। ਉਹ ਵੀ ਕਿਉਂਕਿ ਅਸੀਂ ਸਾਨੂੰ ਫਿਰ ਉਹਨਾਂ ਵਿੱਚ ਵੀ ਰੱਬ ਨਜ਼ਰ ਆਉਂਦਾ ਹੈ ਕਿ ਇਹਨਾਂ ਵਿੱਚ ਵੀ ਪਰਮਾਤਮਾ ਹੈ, ਮੇਰੇ ਪਰਿਵਾਰ ਵਿੱਚ ਵੀ, ਮੇਰੇ ਕੁਟੁੰਬ ਵਿੱਚ ਵੀ ਪਰਮਾਤਮਾ ਹੈ। ਘਰ ਤੋਂ ਹੀ ਸੇਵਾ ਸ਼ੁਰੂ ਹੋਈ ਹੈ। ਇਹਨਾਂ ਸਭ ਦੇ ਵਿੱਚ ਪਰਮਾਤਮਾ ਨੂੰ ਦੇਖਦੇ ਹੋਇਆ ਉਹਨਾਂ ਨੂੰ ਸਹੀ ਮਾਰਗ ਤੇ ਅਸੀਂ ਉਹਨਾਂ ਨੂੰ ਵੀ ਪਾਣਾ ਔਰ ਆਪ ਵੀ ਸਹੀ ਮਾਰਗ ਤੇ ਚੱਲਣਾ, ਫਿਰ ਤੇ ਇਹ ਵੀ ਬੰਦਗੀ ਹੈ। ਲੇਕਿਨ ਜਦੋਂ ਅਸੀਂ ਉਸਨੂੰ ਭੁੱਲ ਕੇ ਕਰਦੇ ਹਾਂ ਫਿਰ ਇਹ ਧੰਦਾ ਹੈ, ਔਰ ਉਸ ਧੰਦੇ ਦੇ ਬਾਅਦ ਜੋ ਹੈ ਨਾ ਜੋ ਸਾਡੇ ਮਾੜੇ ਕਰਮ ਨੇ ਉਹ ਤੇ ਸਾਡੇ ਨਾਲ ਚੱਲਣਗੇ, ਲੇਕਿਨ ਹੋਰ ਕੋਈ ਸਾਡਾ ਭੈਣ ਭਾਈ ਸਾਡਾ ਸਹਾਇਤਾ ਨਹੀਂ ਕਰੇਗਾ ਜੋ ਅਸੀਂ ਕੁਟੁੰਬ ਪਾਲ ਰਹੇ ਹਾਂ। ਔਰ ਜਦੋਂ ਸਾਨੂੰ ਗਲਤ ਆਪਣੇ ਕਰਮਾਂ ਦੇ ਭੋਗ ਭੁਗਤਨੇ ਪੈਣਗੇ ਤਾਂ ਉਹਦੇ ਵਿੱਚ ਸਾਨੂੰ ਕੋਈ ਸਹਾਈ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਕਿਹਾ ਜੀ। ਤੇ ਮੈਂ ਕੁਲਵੰਤ ਮੈਮ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਅਗਲੇ ਸ਼ਲੋਕ ਵੀ ਪੜ੍ਹ ਦੇਣ ਜੀ। कबीर हर का सिमरन छाड़ के रात जगावन जाए, सरपन होए के औतरै जाए अपने खाए। कबीर हर का सिमरन छाड़ के रात जगावन जाए, सरपन होए के औतरै जाए अपने खाए। ਜਗਾਵਨ ਜਾਏ, ਮਸਾਣ ਜਗਾਣ ਜਾਂਦੀ ਹੈ। ਸਾਡੇ ਦੇਸ਼ ਵਿੱਚ ਅਨਪੜ੍ਹਤਾ ਦੇ ਕਾਰਨ ਬੇਅੰਤ ਜਹਾਲਤ ਹੈ। ਪਿੰਡਾਂ ਵਿੱਚ ਤਾਂ ਹਨੇਰ ਮਚਿਆ ਪਿਆ ਹੈ। ਮੁੱਲਾਂ ਮੁਲਾਣੇ ਕਈ ਤਰ੍ਹਾਂ ਦੇ ਜਾਦੂ ਟੂਣੇ ਤਵੀਤ ਬਣਾ ਕੇ ਦਿੰਦੇ ਹਨ। ਜਿਨ੍ਹਾਂ ਔਰਤਾਂ ਦੇ ਘਰ ਸੰਤਾਨ ਨਹੀਂ ਹੁੰਦੀ, ਆਮ ਤੌਰ ਤੇ ਉਹੀ ਇਹ ਜਾਦੂ ਤਵੀਤ ਕਰਾਉਂਦੀਆਂ ਫਿਰਦੀਆਂ ਹਨ। ਸੰਤਾਨਹੀਨ ਤ੍ਰਿਮਤ ਮਸਾਣ ਭੂਮੀ ਵਿੱਚ ਜਾ ਕੇ ਕਿਸੇ ਨਵੇਂ ਸੜ ਰਹੇ ਮੁਰਦੇ ਦੀ ਚਿਖਾ ਕੋਲ ਖਾਸ ਟੂਣਾ ਆਦਤ ਕਰਕੇ ਨੰਗੀ ਨਹਾ ਕੇ ਰੋਟੀ ਪਕਾ ਕੇ ਖਾਂਦੀ ਹੈ। ਇਸ ਸਾਰੀ ਚੰਦਰੇ ਕਰਤੱਵ ਤੋਂ ਦੋ ਮਨੋਰਥ ਹੁੰਦੇ ਹਨ। ਜਿਸ ਦੀ ਚਿਖਾ ਪਾਸੇ ਟੂਣਾ ਕੀਤਾ ਜਾ ਰਿਹਾ ਹੈ ਉਹਨਾਂ ਦੇ ਬਾਲ ਬੱਚੇ ਮਰ ਜਾਣ ਤੇ ਦੂਜੇ ਟੂਣਾ ਕਰਨ ਵਾਲੀ ਦੇ ਘਰ ਔਲਾਦ ਹੋਵੇ। ਧਰਮ ਤੇ ਮਜ਼ਹਬ ਦੇ ਨਾਮ ਤੇ ਅਨਪੜ੍ਹ ਲੋਕਾਂ ਨੂੰ ਆਪੋ ਵਿੱਚ ਲੜਾ ਮਰਵਾ ਕੇ ਸਦਾ ਆਪਣਾ ਸਵਾਰਥ ਪੂਰਾ ਕਰੀ ਜਾਣਾ ਸ਼ਰਾਫਤ ਨਹੀਂ ਹੈ। ਇਹ ਪਾਜ ਬਹੁਤ ਦੇਰ ਟਿਕਿਆ ਨਹੀਂ ਰਹੇਗਾ। ਹੁਣ ਤਾਂ ਦੇਸ਼ ਵਿੱਚ ਆਪਣਾ ਰਾਜ ਹੈ। ਪਿੰਡ ਪਿੰਡ ਵਿੱਚ ਕੁੜੀਆਂ ਮੁੰਡਿਆਂ ਦੇ ਸਕੂਲ ਖੋਲ ਕੇ ਅਨਪੜ੍ਹਤਾ ਦੂਰ ਕਰੋ ਤੇ ਲੋਕਾਂ ਨੂੰ ਧਰਮ ਦੀ ਸਹੀ ਸੂਝ ਦਿਓ। ਔਤਰੇ ਉਤਰਦੀ ਹੈ ਜੰਮਦੀ ਹੈ, ਸਰਪਨ ਸਪਣੀ ਹੋਏ ਕੈ ਬਣ ਕੇ, ਆਪਣੇ ਜਾਏ ਆਪਣੇ ਜੰਮੇ ਹੋਏ ਬੱਚੇ ਖਾਏ ਖਾਂਦੀ ਹੈ। ਹੇ ਕਬੀਰ, ਪਰਮਾਤਮਾ ਦੇ ਸਿਮਰਨ ਤੋਂ ਵਾਂਝੀ ਰਹਿਣ ਕਰਕੇ ਕੋਈ ਔਤਰੀ ਜਾਹਲ ਜਨਾਨੀ ਰਾਤ ਨੂੰ ਮਸਾਣ ਜਾਗਣ ਲਈ ਮਸਾਣ ਭੂਮੀ ਵਿੱਚ ਜਾਂਦੀ ਹੈ, ਪਰ ਮੰਦੇ ਕੰਮਾਂ ਤੋਂ ਸੁੱਖ ਕਿੱਥੇ। ਅਜਿਹੀ ਤ੍ਰੀਮਤ ਮਨੁੱਖਾ ਜਨਮ ਹੱਥੋਂ ਗਵਾਉਣ ਪਿੱਛੋਂ ਸਪਣੀ ਬਣ ਕੇ ਜੰਮਦੀ ਹੈ ਤੇ ਆਪਣੇ ਹੀ ਬੱਚੇ ਖਾਂਦੀ ਹੈ। ਇੱਥੇ ਕਬੀਰ ਜੀ ਨੇ ਜੋ ਗੱਲ ਕੀਤੀ ਹੈ ਕਿ ਹਰ ਕਾ ਸਿਮਰਨ ਛੱਡ ਕੇ, ਜਿਵੇਂ ਹੁਣੇ ਮਨਜੀਤ ਕੌਰ ਜੀ ਨੇ ਕਿਹਾ ਕਿ ਪ੍ਰਭੂ ਦਾ ਸਿਮਰਨ ਛੱਡ ਕੇ ਰਾਤ ਜਗਾਵਨ ਜਾਏ, ਮੜੀ ਮਸਾਣਾ ਤੇ ਜਾਣਾ। ਇੱਥੇ ਭਾਵ ਕੀ, ਇੱਥੇ ਵੀ ਉਹੀ ਗੱਲ ਆ ਗਈ ਕਿ ਆਪਣਾ ਸਵਾਰਥ ਦੇਖਿਆ, ਆਪਣੇ ਕੁਟੁੰਬ ਨੂੰ ਦੇਖਿਆ ਕਿ ਮੇਰੇ ਬੱਚੇ ਹੋ ਜਾਣ, ਜਾਂ ਇਸ ਤਰ੍ਹਾਂ ਦਾ ਕੋਈ ਵੀ ਪਰਪਸ ਕਿ ਮੇਰਾ ਪਰਪਸ ਸੋਲਵ ਹੋ ਜਾਏ, ਭਾਵੇਂ ਉਹਦੇ ਨਾਲ ਕਿਸੇ ਤੇ ਟੂਣਾ ਕਰਨਾ ਪਵੇ। ਹੁਣ ਇੱਥੇ ਇੱਕ ਹੋਰ ਗੱਲ ਮੇਰੇ ਮਾਈਂਡ 'ਚ ਆਈ ਕਿ
ਇੱਕ ਆਪਣੇ ਜਿਹੜੇ ਮਨ ਵਿੱਚ ਹੈ ਨਾ ਕਿ ਉਹਦੇ ਘਰ ਔਲਾਦ ਨਾ ਹੋਵੇ ਦੂਸਰੇ ਦੇ, ਇੱਥੇ ਭਾਵੇਂ ਅਸੀਂ ਕੋਈ ਫਿਜ਼ੀਕਲੀ ਕੋਈ ਗਲਤ ਕੰਮ ਨਹੀਂ ਕੀਤਾ, ਇੱਕ ਮਨ 'ਚ ਸੋਚਿਆ, ਪਰ ਇੱਕ ਇਹ ਜਿਹੜੀ ਭਾਵਨਾ ਆਪਣੇ ਅੰਦਰ ਹੀ ਹੋਣੀ ਕਿ ਜੇ ਮੇਰਾ ਚੰਗਾ ਹੋ ਜਾਏ ਤੇ ਉਸਦਾ ਬੁਰਾ ਹੋ ਜਾਏ, ਇਹ ਭਾਵਨਾ ਆਪਣੇ ਆਪ 'ਚ ਹੀ ਸਾਨੂੰ ਬਹੁਤ ਵੱਡੀ ਇੱਕ ਸਾਡੀ ਗਲਤੀ ਹੈ। ਹਰ ਕਾ ਸਿਮਰਨ, ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਚੰਗੇ ਕੰਮ ਨਹੀਂ ਕੀਤੇ, ਆਪਣੇ ਕੁਟੰਬ ਨੂੰ ਚੰਗੀ ਤਰ੍ਹਾਂ ਨਹੀਂ ਪਾਲਿਆ ਤੇ ਰਾਤ ਜਗਾਵਨ ਜਾਏ, ਤੇ ਉਹ ਫਿਰ ਉਹ ਫਿਤਰਤ ਦੀ ਇੱਥੇ ਗੱਲ ਹੋਈ ਹੈ ਕਿ ਸਰਪਨ ਹੋਏ ਕੇ ਉਤਰੇ। ਉਸ ਇਨਸਾਨ ਦੀ, ਉਸ ਔਰਤ ਦੀ, ਜਾਂ ਉਸ ਔਰਤ ਵੀ ਹੋ ਸਕਦੀ ਹੈ, ਉਹ ਕੋਈ ਆਦਮੀ ਵੀ ਹੋ ਸਕਦਾ ਹੈ, ਤੇ ਜਦੋਂ ਅਸੀਂ ਕਿਸੇ ਹੋਰ ਦਾ ਬੁਰਾ ਆਪਣੇ ਅੰਦਰ ਆਪਣੇ ਚਿੱਤ ਵਿੱਚ ਰੱਖ ਕੇ ਜਦੋਂ ਕੁਝ ਕੰਮ ਏਦਾਂ ਦਾ ਕਰਮ ਕਾਂਡ ਕਰਨ ਜਾਂਦੇ ਹਾਂ, ਤੇ ਉਹ ਸਾਡੀ ਫਿਤਰਤ ਉਸ ਸੱਪ ਵਰਗੀ ਹੋ ਜਾਂਦੀ, ਉਸ ਸੱਪਣੀ ਵਰਗੀ ਹੋ ਜਾਂਦੀ। ਜਿਵੇਂ ਕਹਿੰਦੇ ਨਾ ਸੱਪਣੀ ਜਦੋਂ ਉਹਦੇ ਅੰਡੇ ਚੋਂ ਬੱਚੇ ਨਿਕਲਦੇ ਤੇ ਉਹਨਾਂ ਨੂੰ ਖਾ ਜਾਂਦੀ ਹੈ, ਤੇ ਉਹ ਸਾਡੀ ਫਿਤਰਤ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਜਿਸ ਤਰ੍ਹਾਂ ਅਸੀਂ ਹੁਣ ਉਹਦੇ ਵਿੱਚ ਕਿਸੇ ਹੋਰ ਦਾ ਬੁਰਾ ਨਹੀਂ ਕਰਕੇ ਆਪਣਾ ਭਲਾ ਨਹੀਂ ਕਰ ਰਹੇ, ਕਿਸੇ ਹੋਰ ਦਾ ਬੁਰਾ ਕਰਕੇ ਆਪਣਾ ਭਲਾ, ਅਸੀਂ ਇਸ ਤਰ੍ਹਾਂ ਦੀ ਇੱਕ ਆਪਣਾ ਨੇਚਰ ਬਣਾ ਲਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਹੀ ਖਾ ਰਹੇ ਹਾਂ। ਭਾਵ ਕਿ ਜੋ ਵੀ ਹੈ ਅਲਟੀਮੇਟਲੀ ਅਸੀਂ ਆਪਣੇ ਪਰਿਵਾਰ ਦਾ ਹੀ ਬੁਰਾ ਕਰ ਰਹੇ ਹਾਂ, ਦੂਸਰਿਆਂ ਦਾ ਬੁਰਾ ਆਪਣੇ ਮਨ ਵਿੱਚ ਚਿੱਤ ਕੇ। ਜੀ ਬਹੁਤ ਵਧੀਆ ਵਿਚਾਰ ਜੀ। ਇਸ ਤੋਂ ਨਾ ਮੈਨੂੰ ਇੱਕ ਕੀ ਕਹਿੰਦੇ ਸਟੋਰੀ ਜੀ ਯਾਦ ਆ ਰਹੀ ਹੈ ਕਿ ਇੱਦਾਂ ਜਿਹੜੀ ਗੱਲ ਕੀਤੀ ਹੋਈ ਹੈ ਕਿ ਜਿਹੜੇ ਅਸੀਂ ਟੂਣੇ ਵਗੈਰਿਆਂ ਵਿੱਚ ਤੇ ਮਸੰਦਾਂ 'ਚ ਜਦ ਲੋਕੀ ਪੈ ਜਾਂਦੇ ਆ, ਉਸ 'ਤੇ ਇੱਕ ਸਟੋਰੀ ਹੈ ਕਿ ਟੀਵੀ 'ਤੇ ਵੀ ਅਕਸਰ ਆਉਂਦੀ ਹੈ, ਗੁਰਸਿੱਖ ਫੰਡੇ ਮੀਤ ਸਿੰਘ ਵੰਡੇ, ਉਸ 'ਤੇ ਬਹੁਤ ਅੱਛੀ ਸਟੋਰੀ ਕਰਦੇ। ਉਹਦੇ 'ਚ ਹੁੰਦਾ ਕਿ ਇੱਕ ਗੁਰਸਿੱਖ ਬੰਦਾ ਹੁੰਦਾ ਤੇ ਇੱਕ ਥੋੜ੍ਹਾ ਮਨਮੁਖ ਬੰਦਾ ਹੁੰਦਾ, ਤੇ ਮਨਮੁਖ ਬੰਦੇ ਨੂੰ ਪਤਾ ਲੱਗਦਾ ਕਿ ਉਸੇ ਘਰ 'ਤੇ ਕਿਸੇ ਨੇ ਟੂਣਾ ਕਰਤਾ, ਤੇ ਉਹ ਪਰੇਸ਼ਾਨ ਹੋ ਜਾਂਦਾ। ਤੇ ਉਹਦੀ ਵਾਈਫ ਕਹਿੰਦੇ ਕਿ ਹਾਂ ਮੈਨੂੰ ਇੱਕ ਨਾ ਬਾਬਾ ਪਤਾ ਹੈ, ਉਹ ਬਹੁਤ ਵੱਡਾ ਬਾਬਾ ਹੈ, ਉਹ ਇਹ ਟੂਣਿਆਂ ਨੂੰ ਸਭ ਨੂੰ ਖ਼ਤਮ ਕਰ ਦੇਗਾ। ਤੇ ਉਹ ਕਹਿੰਦਾ ਹਾਂ ਹਾਂ ਮੈਨੂੰ ਉਹਦਾ ਫੋਨ ਦੇ, ਮੈਂ ਉਹਨੂੰ ਫੋਨ ਮਿਲਾਉਂਦਾ। ਉਸ ਟਾਈਮ ਉਹ ਗੁਰਸਿੱਖ ਬੰਦਾ ਕੋਲ ਹੀ ਹੁੰਦਾ। ਤੇ ਉਹ ਕਹਿੰਦਾ ਤੁਸੀਂ ਇਹ ਕੀ ਕਰ ਰਹੇ ਹੋ? ਤੇ ਕਹਿੰਦਾ ਨਹੀਂ ਉਹ ਸਾਡੇ ਨਾਲ ਟੂਣਾ ਕਰਕੇ ਗਏ ਨੇ ਤੇ ਉਹ ਅਸੀਂ ਟੂਣਾ ਤੜਵਾਉਣਾ, ਉਹਨੂੰ ਪੁੱਠਾ ਕੁਛ ਕਰਨਾ ਹੈਗਾ, ਉਹਨਾਂ ਨੂੰ ਬਾਬਾ ਜੀ ਉਲਝਾਉਣਾ। ਤੇ ਕਹਿੰਦੇ ਤੁਸੀਂ ਬਾਬਾ ਦੇ ਚੱਕਰ ਵਿੱਚ ਕਿਉਂ ਪੈ ਰਹੇ ਹੋ? ਤੇ ਕਹਿੰਦੇ ਉਹ ਗੁਰੂ ਸਾਹਿਬ ਅੱਗੇ ਅਰਦਾਸ ਕਰੋ। ਤੇ ਉਹ ਗੱਲ ਮੰਨਦਾ ਨਹੀਂ ਹੈਗਾ, ਤੇ ਉਹ ਗੁਰਸਿੱਖ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਕਿ ਹਾਂ ਇਹ ਮੇਰੀ ਗੱਲ ਨਹੀਂ ਮੰਨਣ ਵਾਲਾ, ਪਰ ਉਹ ਕਹਿੰਦੇ ਕਿਸੇ ਤਰ੍ਹਾਂ ਤਾਂ ਸਮਝਾਉਣਾ ਹੀ ਹੈ। ਉਹ ਨਾ ਫਿਰ ਥੋੜਾ ਸਾਈਡ ਤੇ ਹੋ ਕੇ ਨਾ ਆਪਣੇ ਇੱਕ ਫਰੈਂਡ ਨੂੰ ਫੋਨ ਕਰਦਾ ਹੈ ਕਿ ਇਸ ਭਾਈ ਨੂੰ ਜ਼ਰਾ ਕਾਲ ਕਰ ਤੇ ਥੋੜੇ ਇਹਨੂੰ ਗੱਲ ਜੀ ਸਮਝਾਣੀ। ਤੇ ਉਹਨੂੰ ਕਾਲ ਕਰਦਾ ਭਾਈ ਨੂੰ, ਤੇ ਉਹ ਐਵੇਂ ਇੱਕ ਥੋੜਾ ਉਹ ਬਣ ਕੇ ਗੁੰਡਾ ਟਾਈਪ ਬਣ ਕੇ ਕਾਲ ਕਰਦਾ ਤੇ ਕਹਿੰਦਾ ਕਿ ਫਰੌਤੀ ਮੰਗਦਾ ਕਿ 1 ਲੱਖ ਰੁਪਏ ਦੇ ਨਹੀਂ ਤੇ ਤੈਨੂੰ ਮਾਰ ਦਾਂਗੇ। ਤੇ ਉਹ ਬੰਦਾ ਡਰ ਜਾਂਦਾ ਹੈ, ਤੇ ਉਹ ਫਿਰ ਉਹ ਗੁਰਸਿੱਖ ਬੰਦੇ ਕੋਲ ਆਉਂਦਾ। ਉਹ ਕਹਿੰਦਾ ਕਿ ਤੁਹਾਡੇ ਕੋਲ ਇੱਕ ਉਹ ਆਪਣੇ ਅਫਸਰ ਦਾ ਨੰਬਰ ਹੈ ਨਾ, ਜਿਹੜਾ DIG ਅਫਸਰ ਹੈ, ਤੇ ਉਹਦਾ ਸਾਨੂੰ ਨੰਬਰ ਦੇ ਦਿਓ, ਉਹਦੇ ਨਾਲ ਗੱਲ ਕਰ ਲੈਂਦੇ ਹਾਂ ਅਸੀਂ ਕਿ ਇਹ ਬੰਦਾ ਮੈਨੂੰ ਪਰੇਸ਼ਾਨ ਕਰ ਰਿਹਾ ਤੇ ਉਹ ਉਹਨੂੰ ਫੜ ਲੇਗਾ। ਉਹ ਗੁਰਸਿੱਖ ਬੰਦਾ ਸਮਝਾਉਣ ਲਈ ਫਿਰ ਕਰਦਾ, ਕਹਿੰਦਾ ਕਿ ਨਹੀਂ ਨਹੀਂ ਉਹਦੇ ਕੋਲ ਕੀ ਜਾਣ ਦੀ ਲੋੜ ਹੈ। ਕਹਿੰਦਾ ਮੇਰਾ ਇੱਕ ਨਾ ਕਲਾਸਮੇਟ ਹੁੰਦਾ ਸੀਗਾ, ਉਹਨੂੰ ਬਹੁਤ ਵੱਡਾ ਗੁੰਡਾ ਹੈਗਾ, ਅਸੀਂ ਉਹਨੂੰ ਬੁਲਾਉਂਦੇ ਹਾਂ, ਇਹ ਉਹ ਵੀ ਗੁੰਡਾ ਇੱਕ ਦੂਜੇ ਨੂੰ ਉਹਨੂੰ ਭਜਾ ਦੇਗਾ। ਪਰ ਜਿਹੜਾ ਫਿਰ ਮਨਮੁਖ ਹੁੰਦਾ ਤੇ ਉਹ ਕਹਿੰਦਾ ਕਿ ਨਹੀਂ ਨਹੀਂ ਆਹ ਥੋੜ੍ਹਾ ਨਾ ਗੱਲ ਹੈ ਕਿ ਅਸੀਂ ਜਦ ਅਸੀਂ ਅਫਸਰ ਕੋਲ ਜਾ ਸਕਦੇ ਹਾਂ, ਜਦ ਸਾਡੇ ਕੋਲ ਉਸ ਕੋਲ ਪਾਵਰ ਹੈਗੀ ਹੈ ਸਾਡੇ ਕੋਲ ਇੰਨੀ ਜ਼ਿਆਦਾ, ਤੇ ਅਸੀਂ ਫਿਰ ਉਹ ਗੁੰਡਿਆਂ ਦੇ ਚੱਕਰ ਵਿੱਚ ਪੈਣਾ ਹੀ ਕਿਉਂ ਹੈ? ਤੇ ਫਿਰ ਉਹ ਗੁਰਸਿੱਖ ਬੰਦਾ ਵੀ ਉਹਨੂੰ ਸਮਝਾਉਂਦਾ, ਕਹਿੰਦੇ ਹਾਂ ਕਿਉਂਕਿ ਕਹਿੰਦਾ ਕਿ ਤੁਹਾਡੇ ਕੋਲ ਗੁਰੂ ਸਾਹਿਬ ਹੈ, ਤੁਹਾਡੇ ਕੋਲ ਪਰਮਾਤਮਾ ਹੈਗੇ ਆ, ਉਹ ਸਾਰੀ ਸ਼ਕਤੀਆਂ ਦਾ ਮਾਲਿਕ ਉਹ ਆਪ ਹੈ। ਤੇ ਕਹਿੰਦੇ ਜੇ ਤੁਸੀਂ ਉਹਦੇ ਅੱਗੇ ਅਰਦਾਸ ਕਰ ਲਈ ਤੇ ਕਹਿੰਦੇ ਟੂਣੇ ਮੂਣੇ 'ਚ ਵੈਸੇ ਤਾਂ ਕੁਛ ਹੁੰਦਾ ਨਹੀਂ, ਜੇ ਕੁਛ ਹੋਇਆ ਵੀ ਤਾਂ ਉਹਦੀ ਸ਼ਕਤੀਆਂ ਦੇ ਸਾਹਮਣੇ ਟੂਣੇ ਦੀ ਸ਼ਕਤੀ ਕੀ ਹੈਗੀ ਹੈ? ਤੇ ਮੈਨੂੰ ਇਹ ਗੱਲ ਬੜੀ ਵਧੀਆ ਲੱਗੀ ਕਿ ਜਿਹੜਾ ਪਰਮਾਤਮਾ ਆਪ ਹੀ ਸਾਰੀ ਸ਼ਕਤੀਆਂ ਦਾ ਮਾਲਿਕ ਹੈਗਾ, ਤੇ ਅਸੀਂ ਉਹਨੂੰ ਹੀ ਭੁਲਾ ਦਿੰਦੇ ਹਾਂ ਤੇ ਬਾਬਿਆਂ ਦੇ ਚੱਕਰ ਵਿੱਚ ਪੈ ਜਾਂਦੇ ਹਾਂ। ਉਹ ਇਹ ਗੱਲ ਹੁੰਦੀ ਹੈ। ਤੇ ਇੱਕ ਮੈਨੂੰ ਹੋਰ ਗੱਲ ਯਾਦ ਆ ਰਹੀ ਸੀ ਕਿ ਇੱਕ ਮੈਂ ਕਿੱਥੇ ਪੜ੍ਹਿਆ ਸੀਗਾ ਕਿ ਜਦ ਇਹ ਪੀੜ੍ਹੀ ਦਰ ਪੀੜ੍ਹੀ ਜਦ ਇਹ ਟੂਣੇ ਵਾਲਾ ਸਿਸਟਮ ਵੱਧਦਾ ਰਹਿੰਦਾ, ਲੋਕੀ ਇਹ ਅੰਧ ਵਿਸ਼ਵਾਸ 'ਚ ਪੈਂਦੇ, ਉਹਦਾ ਮੇਨ ਕਾਰਨ ਹੁੰਦਾ ਕਿ ਉਹਨਾਂ ਦੇ ਜਿਨ੍ਹਾਂ ਦੇ ਪੇਰੈਂਟਸ ਇੱਕ ਇਹਨਾਂ ਵਿੱਚ ਹੋਣ ਕਿ ਹਾਂ ਅਸੀਂ ਮੰਨਦੇ ਹਾਂ, ਟੂਣਿਆਂ ਨੂੰ ਮੰਨਦੇ ਹਾਂ, ਅਸੀਂ ਅੰਧ ਵਿਸ਼ਵਾਸਾਂ ਵਿੱਚ ਹੈਗੇ ਆ। ਉਹ ਜਿਹੜੇ ਅੰਧ ਵਿਸ਼ਵਾਸ ਜੋ ਮੰਨਦੇ ਆ ਨਾ, ਉਹ ਮੈਕਸਿਮਮ ਉਹ ਵਾਲੇ ਅੰਧ ਵਿਸ਼ਵਾਸ ਉਹ ਬੱਚੇ ਵੀ ਮੰਨਣ ਲੱਗ ਜਾਂਦੇ ਆ। ਇਸ ਲਈ ਕਿ ਘਰ ਦੇ ਪੇਰੈਂਟਸ ਦਾ ਬਹੁਤ ਜ਼ਿਆਦਾ ਰੋਲ ਬਣਦਾ ਹੈ ਕਿ ਉਹ ਜਿੰਨੇ ਜ਼ਿਆਦਾ ਉਹ
ਉਹ ਇਹਨਾਂ ਤੋਂ ਦੂਰ ਰਹਾਂਗੇ, ਉਹਨਾਂ ਦੇ ਬੱਚੇ ਵੀ ਦੂਰ ਰਹਾਂਗੇ ਇਸ ਚੀਜ਼ਾਂ ਤੋਂ। ਇੱਕ ਇਹ ਮਨਦੀਪ ਕੌਰ ਦਾ ਹੈਂਡ ਰੇਸ ਹੈ ਜੀ, ਪਲੀਜ਼ ਉਹਨਾਂ ਦਾ ਹੈਂਡ ਲੈ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਵੀਰ ਜੀ, ਤੁਸੀਂ ਵੀ ਇਸ ਦਾ ਤੁਸੀਂ ਤੇ ਕੁਲਵੰਤ ਮੈਮ ਨੇ ਵੀ ਬਹੁਤ ਵਧੀਆ ਕਿਹਾ। ਕਬੀਰ ਜੀ ਵਿੱਚ ਉਸ ਵਿੱਚ ਵੀ ਕਹਿ ਰਹੇ ਨੇ ਕਿ ਅਸੀਂ ਸਿਮਰਨ ਨਾ ਛੱਡੀਏ, ਪਹਿਲੇ ਸ਼ਲੋਕ ਚ ਵੀ ਇਸ ਵਿੱਚ ਵੀ ਕਹਿ ਰਹੇ ਨੇ ਕਿ ਅਸੀਂ ਸਿਮਰਨ ਜਿਹੜਾ ਛੱਡ ਕੇ ਰਾਤ ਨੂੰ ਜਿਹੜੀਆਂ ਮੜੀਆਂ ਮਸਾਨਾਂ ਤੇ ਜਾਂਦੇ ਨਾ, ਉਸ ਜਦੋਂ ਫਿਰ ਉਸ ਔਰਤ ਦੇ ਬੱਚਾ ਹੋ ਹੀ ਜਾਂਦਾ ਨਾ, ਤਾਂ ਫਿਰ ਉਹ ਜਿਹੜਾ ਅਗਲੇ ਜਨਮ ਚ ਇੱਕ ਸਪਨੀ ਬਣ ਕੇ ਆਪਣੇ ਬੱਚਿਆਂ ਨੂੰ ਖਾਂਦੀ ਹੈ। ਜੇਕਰ ਜਦੋਂ ਅਸੀਂ ਆਪਣੇ ਬੱਚੇ ਦੇ ਲਈ ਇੱਕ ਦੂਸਰੇ ਬੱਚੇ ਨੂੰ ਮਰਵਾ ਦਿੱਤਾ, ਤਾਂ ਫਿਰ ਇਸ ਦਾ ਕੋਈ, ਉਹ ਵੀ ਤਾਂ ਬੱਚਾ ਹੀ ਹੈ ਨਾ, ਬੇਸ਼ੱਕ ਕਿਸੇ ਦਾ ਬੱਚਾ, ਪਰ ਹੈ ਤਾਂ ਰੱਬ ਦਾ ਰੂਪ ਹੈ, ਬੱਚਾ ਹੈ। ਅਸੀਂ ਆਪਣੇ ਬੱਚੇ ਦੇ ਲਈ ਕਿਸੇ ਦੇ ਇੱਕ ਛੋਟੇ ਜਿਹੇ ਬੱਚੇ ਨੂੰ ਮਰਵਾਤਾ, ਇਹ ਗੱਲ ਬਹੁਤ ਗਲਤ ਹੈ। ਜੇਕਰ ਜੇ ਅਸੀਂ ਕਿਸੇ ਦੇ ਲਈ ਖੱਡਾ ਖੋਦਦੇ ਆ ਨਾ, ਰੱਬ ਉਹਦੇ ਵਿੱਚ ਆਪਣੇ ਆਪ ਨੂੰ ਹੀ ਡੇਗਦਾ, ਅਸੀਂ ਉਸਦੇ ਵਿੱਚ ਇੱਕ ਦਿਨ ਆਪ ਹੀ ਡਿੱਗਦੇ ਆ। ਤਾਂ ਦੂਸਰੀ ਗੱਲ ਹੈ ਕਿ ਜੇ ਵੀ ਅਸੀਂ ਆਪਸ ਵਿੱਚ ਲੜਦੇ ਆ, ਜਿਵੇਂ ਕਿ ਸਾਰੇ ਧਰਮਾਂ ਦੇ ਲੜਦੇ ਨੇ, ਵੀ ਜਿਵੇਂ ਹੁਣ ਇੱਕ ਸਿੱਖ ਧਰਮ ਦੇ ਵਿੱਚ ਹੀ ਜੇ ਅਸੀਂ ਸੋਚੀਏ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਜੀ ਨੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਨੂੰ ਕਿਹਾ, ਗੁਰੂ ਮਾਨਿਓ ਗ੍ਰੰਥ, ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਨਿਵਾਉਣਾ, ਕਿਸੇ ਪਖੰਡੀ ਬਾਬੇ ਅੱਗੇ ਨਹੀਂ, ਕਿਸੇ ਮੜੀ ਮਾਣਿਆ ਅੱਗੇ ਨਹੀਂ, ਕਿਸੇ ਅੱਗੇ ਸੀਸ ਨਹੀਂ ਨਿਵਾਉਣਾ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਨਿਵਾਉਣਾ। ਪਰ ਅੱਧੇ ਲੋਕ ਕੀ ਕਰਦੇ ਨੇ, ਮੜੀਆਂ ਤੇ ਜਾਂਦੇ ਨੇ, ਨੱਕ ਰਗੜਦੇ ਨੇ, ਕਿਤੇ ਕੋਈ ਧਾਗੇ ਤਵੀਤ ਬੰਨਦੇ ਨੇ। ਐਜੂਕੇਟ ਪੰਜਾਬ ਪ੍ਰੋਜੈਕਟ ਦੇ ਕੈਂਪ ਲੱਗਦੇ ਨੇ, ਉਹਨਾਂ ਨੇ ਸਾਨੂੰ ਇਹੀ ਕਿਹਾ ਕਿ ਕਦੇ ਵੀ ਜਿਹੜੇ ਇਹ ਕੱਚੇ ਧਾਗੇ ਨੇ, ਇਹ ਸਾਡੀ ਰੱਖਿਆ ਕਰ ਸਕਦੇ ਨੇ। ਜੇਕਰ ਇਹ ਸਾਡੀ ਰੱਖਿਆ ਕਰ ਸਕਦੇ ਹੁੰਦੇ, ਤਾਂ ਫਿਰ ਤੇ ਲੋਕੀ ਬਾਬਿਆਂ ਤੋਂ ਕੋਲੋਂ ਧਾਗੇ ਕਰਾ ਕੇ ਬੰਨੀ ਜਾਂਦੇ, ਫਿਰ ਪਰਮਾਤਮਾ ਦਾ ਨਾਮ ਜਪਣ ਦਾ ਕੀ ਕੋਈ ਫਾਇਦਾ ਹੀ ਨਹੀਂ ਸੀ। ਇਸ ਲਈ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੱਖੜੀ ਆ ਰਹੀ ਹੈ, ਸਾਰੇ ਰੱਖੜੀ ਮਤਲਬ ਕਿ ਜਿਹਨਾਂ ਲੋਕਾਂ ਨੂੰ ਨਹੀਂ ਪਤਾ, ਉਹ ਰੱਖੜੀ ਜ਼ਰੂਰ ਬੰਨਣਗੇ। ਪਰ ਮੈਂ ਕਦੇ, ਗੁਰੂ ਜੀ ਨੇ ਕੌਣ ਪੰਛੀ ਹੈ ਜਿਹੜਾ ਕਿ ਇੱਕ ਸ਼ੇਰ ਦੇ ਮੂੰਹ ਅੱਡੇ ਤੱਕ ਉਸਦੇ ਮੂੰਹ ਵਿੱਚੋਂ ਨਾ ਮਾਂਸ ਨੋਚ ਕੇ ਲੈ ਜਾਂਦਾ ਸੀ, ਉਹ ਇੰਨਾ ਤੇਜ਼ ਪੰਛੀ, ਤੇ ਉਹ ਸਾਡੇ ਨਾਮ ਪਿੱਛੇ ਕੌਰ ਗੁਰੂ ਜੀ ਨੇ ਲਗਾਇਆ ਕਿ ਅਸੀਂ ਆਪਣੀ ਰੱਖਿਆ ਆਪ ਨਹੀਂ ਕਰ ਸਕਦੇ। ਇਸ ਲਈ ਮੈਂ ਇਸ ਵਿੱਚ ਇਹ ਕਹਾਂਗੀ ਕਿ ਕਿਸੇ ਵੀ ਵਹਿਮ ਭਰਮ ਵਿੱਚ ਨਾ ਪਈਏ। ਕੋਈ ਧਾਗਾ ਵੀ, ਕੋਈ ਮੜੀਆਂ ਮਸਾਣਾ, ਕੋਈ ਸਾਡਾ ਰੱਖਿਆ ਨਹੀਂ ਕਰ ਸਕਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਦੱਸਿਆ ਜੀ ਤੁਸੀਂ, ਮਨਦੀਪ ਕੌਰ ਜੀ ਨੇ। ਤੇ ਮੈਂ ਹੁਣ, ਜੇ ਕੋਈ ਸੰਗਤ ਦਾ ਹੋਰ ਵਿਚਾਰ ਹੈ ਤਾਂ ਪਲੀਜ਼ ਹੈਂਡ ਰੇਸ ਕਰ ਲਓ। ਤੇ ਮੈਂ ਫਿਰ ਹੁਣ ਉਰਵਿੰਦਰ ਅੰਕਲ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਉਹ ਆਉਣ ਤੇ ਆਪਣੇ ਵਿਚਾਰ ਰੱਖਣ ਜੀ। ਬੇਟਾ ਪਰਮਜੀਤ ਕੌਰ ਖਾਲਸਾ ਜੀ ਦਾ ਹੈਂਡ ਰੇਸ ਸੀ, ਉਹਨਾਂ ਨੂੰ ਬੁਲਾਓ ਜਰਾ। ਹਾਂਜੀ ਪਲੀਜ਼ ਉਹਨਾਂ ਨੂੰ ਸਪੋਟ ਕੀਤਾ ਜਾਵੇ ਜੀ। ਪਰਮਜੀਤ ਕੌਰ ਜੀ ਖਾਲਸਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਸਾਰੇ ਵਿਚਾਰ ਹੋ ਗਏ ਹੈ, ਕੋਈ ਵਿਚਾਰ ਅਸੀਂ ਕਰਨੀ ਸੀ। ਜੋ ਉਹਨਾਂ ਨੇ ਕਿਹਾ ਕਿ ਕਬੀਰ ਜੀ ਕਹਿ ਰਹੇ ਨੇ ਕਿ ਪ੍ਰਮਾਤਮਾ ਦੇ ਸਿਮਰਨ ਨੂੰ ਛੱਡ ਕੇ ਜਿਹੜੇ ਅਸੀਂ ਕੰਮ ਕਰਦੇ ਆ, ਤੇ ਉਹ ਸਾਡੇ ਕੰਮ ਕਿਸੇ ਦੇ ਨਹੀਂ, ਕਿਸੇ ਲੇਖੇ ਨਹੀਂ ਹੈ। ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ, ਸਰਪਨ ਹੋਏ ਕੇ ਉਤਰੈ ਜਾਏ ਆਪਣੇ ਖਾਏ। ਕਿ ਇਹਦੇ ਵਿੱਚ ਜਿੰਨੀ ਕੁ ਮੈਨੂੰ ਸਮਝ ਲੱਗੀ ਹੈ ਕਿ ਪ੍ਰਮਾਤਮਾ ਦਾ ਸਿਮਰਨ ਅਸੀਂ ਛੱਡ ਕੇ ਰਾਤ ਜਗਾਵਨ ਜਾਏ, ਕਿ ਅਸੀਂ ਮਤਲਬ ਕਿ ਆਪਣੇ ਇੱਕ ਸੈਲਫਿਸ਼ ਹੋ ਕੇ ਜਦ ਅਸੀਂ ਕੰਮ ਕਰਦੇ ਹਾਂ, ਉਧਰੋਂ ਪ੍ਰਮਾਤਮਾ ਦਾ ਸਿਮਰਨ ਛੱਡਿਆ, ਤੇ ਇਹ ਆਪਣੇ ਸਵਾਰਥ ਵਾਸਤੇ ਅਸੀਂ ਜਿਹੜੇ ਕੰਮ ਕਰ ਰਹੇ ਹਾਂ, ਤੇ ਉਹਦੇ ਸਾਨੂੰ ਦੁੱਖ ਆਪ ਹੀ ਭੋਗਣੇ ਪੈਣੇ ਨੇ। ਕਿ ਸਰਪਨ ਹੋਏ ਕੇ ਉਤਰੇ ਜਾਏ ਆਪਣੇ ਖਾਏ, ਕਿ ਜਿਵੇਂ ਅਸੀਂ ਕਿਸੇ ਵਾਸਤੇ ਖੱਡਾ ਖੋਦਦੇ ਹਾਂ ਤੇ ਉਹਦੇ ਵਿੱਚ ਅਸੀਂ ਆਪ ਹੀ ਡਿੱਗਣਾ ਹੈ। ਤੇ ਇਹ ਇੰਨੀ ਕੁ ਬੇਨਤੀ ਹੈ ਕਿ ਉਸ ਪਰਮਾਤਮਾ ਦਾ ਸਿਮਰਨ ਕਰੀਏ, ਉਹਦੇ ਲੜ ਲੱਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਹੀ ਵਧੀਆ ਜੀ। ਮੈਂ ਹੁਣ ਰਵਿੰਦਰ ਅੰਕਲ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਉਣ ਤੇ ਪਲੀਜ਼ ਆਪਣੇ ਵਿਚਾਰ ਰੱਖਣ ਜੀ। ਵਾਹ ਜੀ। ਬੇਟਾ ਗੁਰਵੀਰ ਜੀ ਦਾ ਹੈਂਡ ਰੇਜ਼ ਹੈ ਜੀ, ਪਹਿਲਾਂ ਲੈ ਲਓ ਜੀ। ਨਾਲੇ ਪਰਵਿੰਦਰ ਵੀ ਜੀ ਨੂੰ ਬੇਨਤੀ ਕਰੋ, ਉਹੀ ਹੈਗੇ ਨੇ ਤਾਂ ਜ਼ਰੂਰ ਆਉਣ। ਹਾਂਜੀ ਪਰਵਿੰਦਰ ਅੰਕਲ ਜੀ ਹੈਗੇ ਨੇ, ਪਲੀਜ਼ ਉਹ ਵੀ ਹੈਂਡ ਰੇਜ਼ ਕਰ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਾ ਮਨਦੀਪ ਬੇਟਾ ਹੁਣ ਇੱਕ ਛੋਟੀ ਜੀ ਚੀਜ਼ ਦੱਸ ਰਹੀ ਸੀ, ਉਹਨੂੰ ਸਾਨੂੰ ਜ਼ਰੂਰ ਕੰਸਨਟਰੇਟ ਕਰਨ ਦੀ ਲੋੜ ਹੈ। ਉਹ ਕਹਿ ਰਹੇ ਸੀ ਰੱਖੜੀ ਵਾਸਤੇ, ਤੇ ਰੱਖੜੀ ਦਾ ਤਿਉਹਾਰ ਪਰਸੋਂ ਆ ਰਿਹਾ ਹੈ। ਸਾਡੀ ਸਿੱਖੀ ਦੇ ਵਿੱਚ ਰੱਖੜੀ ਕਿਧਰੇ ਵੀ ਨਹੀਂ ਹੈਗੀ, ਤੇ ਇਹ ਗੁਰਮਤ ਕਹਿੰਦੀ ਹੀ ਨਹੀਂ ਕਿ ਕੋਈ ਬੰਦਾ ਕਿਸੇ ਦੀ ਰੱਖਿਆ ਕਿਸੇ ਵੇਲੇ ਜਾ ਕੇ ਕਰ ਸਕਦਾ ਹੈ। ਹਰ ਵੇਲੇ ਹਰ ਬੰਦਾ ਹਰੇਕ ਦੇ ਕੋਲ ਨਹੀਂ ਹੈਗਾ। ਸੋ ਸਾਨੂੰ ਗੁਰੂ ਦੇ ਲੜ ਹੀ ਲੱਗਣਾ ਚਾਹੀਦਾ, ਉਹੀ ਸਾਡੀ ਰੱਖਿਆ ਕਰ ਸਕਦਾ ਹੈ। ਉਹ ਹਰ ਵੇਲੇ ਸਾਡੇ ਕੋਲ ਹੈ, ਅਸੀਂ ਜਿੱਥੇ ਮਰਜ਼ੀ ਹੋਈਏ। ਸੋ ਸਾਨੂੰ ਇਹ ਵੀ ਉਹੀ ਚੀਜ਼ਾਂ ਦੱਸਦੇ ਨੇ ਕਿ ਇਹ ਵੀ ਵਹਿਮ ਭਰਮ ਨੇ ਸਾਡੇ, ਇਹਨਾਂ ਵਹਿਮਾਂ ਭਰਮਾਂ ਨੂੰ ਵੀ ਅਸੀਂ ਤੋੜਨਾ ਹੈ। ਸਾਨੂੰ ਕਈ ਜਗ੍ਹਾ ਤੇ ਮਜਬੂਰੀਆਂ ਹੁੰਦੀਆਂ, ਕਿਧਰੇ ਬੱਚੇ ਨਹੀਂ ਮੰਨਦੇ, ਕਿਧਰੇ ਕੋਈ, ਹੁਣ ਸਾਡੇ ਘਰ ਅਗਲੀ ਜਨਰੇਸ਼ਨ ਆ ਗਈ, ਸਾਡੀ ਡਾਟਰ ਇਨ ਲਵ ਆ ਗਈਆਂ, ਉਹਨਾਂ ਦੇ ਫੈਮਲੀਆਂ ਦੇ ਵਿੱਚ ਹੈਗੀਆਂ। ਉਹ ਬੜੀਆਂ ਚੀਜ਼ਾਂ ਸਮਝਾਉਣੀਆਂ ਪੈਂਦੀਆਂ ਨੇ, ਟਾਈਮ ਨਾਲ ਸਮਝ ਆਉਂਦੀ ਹੈ ਬੱਚਿਆਂ ਨੂੰ, ਬਟ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਇਹਨਾਂ ਵਹਿਮਾਂ ਭਰਮਾਂ ਤੋਂ ਵੀ ਦੂਰ ਹੋਈਏ। ਆਪਣੇ ਆਪ ਨੂੰ, ਜਿਹੜੀ ਚੀਜ਼ ਸਾਡੀ ਰਹਿਤ ਮਰਿਆਦਾ ਦੇ ਵਿੱਚ ਨਹੀਂ ਹੈਗੀ, ਜਿਹੜੀ ਚੀਜ਼ ਸਾਡੀ ਗੁਰਮਤਿ ਚ ਨਹੀਂ ਹੈਗੀ, ਸਾਨੂੰ ਉਹਨੂੰ ਛੱਡਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਕਿ ਅਗਲੀ ਜਨਰੇਸ਼ਨ ਜਿਹੜੀ ਆਵੇ ਉਹਨਾਂ ਨੂੰ ਇਹ ਚੀਜ਼ਾਂ ਨਾ ਦੇਖਣ ਨੂੰ ਮਿਲਣ, ਉਹ ਆਟੋਮੈਟਿਕਲੀ ਇਹਨਾਂ ਚੀਜ਼ਾਂ ਤੋਂ ਦੂਰ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਰਵਨੀਤ ਸਿੰਘ ਜੀ ਦਾ ਵੀ ਹੈਂਡ ਰੇਜ਼ ਹੈ ਜੀ, ਪਲੀਜ਼ ਸਪੋਰਟ ਕਰ ਲਓ ਉਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਵੀਰ ਅੰਕਲ ਨੇ ਬਹੁਤ ਵਧੀਆ ਗੱਲ ਕੀਤੀ ਰੱਖੜੀ ਬਾਰੇ। ਸੋ ਮੈਂ ਵੀ ਇਹਦੇ ਬਾਰੇ ਗੱਲ ਕਰਨੀ ਸੀ ਕਿ ਸੱਚੀ ਮੁੱਚੀ ਜੋ ਕੱਚੇ ਧਾਗੇ ਨੇ ਇਹ ਤੇ ਕੁਝ ਸਮੇਂ ਬਾਅਦ ਲੈ ਜਾਣੇ ਨੇ, ਲੇਕਿਨ ਜੋ ਕੜਾ ਹੈ ਇਹ ਗੁਰੂ ਦੀ ਰੱਖੜੀ ਹੈ, ਗੁਰੂ ਦਾ ਹੱਥ ਹੈ, ਗੁਰੂ ਨੇ ਸਾਡਾ ਹੱਥ ਫੜਿਆ ਹੋਇਆ ਵੇ, ਇਹ ਗੁਰੂ ਦੀ ਰੱਖੜੀ ਹੈ। ਅਗਰ ਅਸੀਂ ਇਹ ਪਾਵਾਂਗੇ ਤਾਂ ਗੁਰੂ ਫਿਰ ਸਾਡੀ ਹਮੇਸ਼ਾ ਰੱਖਿਆ ਕਰੇਗਾ, ਉਹ ਵੈਸੇ ਵੀ ਸਾਡੇ ਅੰਗ ਸੰਗ ਸਹਾਏ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਗੱਲ ਕਹੀ ਜੀ ਰਵਨੀਤ ਸਿੰਘ ਨੇ, ਕਿ ਜਿਹੜਾ ਕੜਾ ਹੈ ਗੁਰੂ ਦੀ ਰੱਖੜੀ ਹੈ, ਕਿ ਇਹ ਹਮੇਸ਼ਾ ਸਾਡੀ ਇੱਕ ਗੁਰੂ ਨੇ ਸਾਡੀ ਬਾਂਹ ਫੜੀ ਹੋਈ ਹੈ। ਤੇ ਮੈਂ ਰਵਿੰਦਰ ਅੰਕਲ ਨੂੰ ਰਿਕੁਐਸਟ ਕਰਾਂਗਾ ਪਲੀਜ਼ ਉਹ ਆਉਣ, ਤੇ ਪਰਵਿੰਦਰ ਅੰਕਲ ਜੇ ਹੈਗੇ ਨੇ ਤਾਂ ਪਲੀਜ਼ ਉਹ ਵੀ ਆਪਣਾ ਹੈਂਡ ਰੇਜ਼ ਕਰ ਲੈਣ ਜੀ। ਵਾਹ ਜੀ। ਜਸਜੋਤ ਜੀ, ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਮੈਨੂੰ ਲੱਗਦਾ ਅੱਜ ਮੇਰੇ ਵਿਚਾਰ ਕਰਨ ਯੋਗ ਤਾਂ ਕੁਝ ਵੀ ਨਹੀਂ ਰਹਿ ਗਿਆ। ਇਹਨਾਂ ਬੱਚਿਆਂ ਨੇ ਸਾਰੀ ਵਿਚਾਰ ਕਰ ਦਿੱਤੀ ਹੈ। ਜੋ ਜਸਜੋਤ ਜੀ ਨੇ ਅੱਜ ਐਗਜ਼ਾਮਪਲ ਸਾਨੂੰ ਦਿੱਤੇ ਆ, ਬਹੁਤ ਪਿਆਰੀਆਂ ਐਗਜ਼ਾਮਪਲ ਸੀਗੀਆਂ ਜੀ। ਵਾਹ ਜੀ। ਇੱਕ ਜਿਹੜੀ DIG ਵਾਲੀ ਗੱਲ ਸੁਣਾਈ ਹੈ, ਜਾਂ ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ, ਬਹੁਤ ਸੋਹਣੀਆਂ ਇਹ ਗੱਲਾਂ ਬਿਲਕੁਲ ਰਿਲੇਟ ਹੁੰਦੀਆਂ ਜਿਹੜੀਆਂ ਅੱਜ ਅਸੀਂ 3 ਸ਼ਲੋਕਾਂ ਦੇ ਵਿਚਾਰ ਕਰ ਰਹੇ ਹਾਂ। ਬਸ ਜਸਜੋਤ ਜੀ, ਸੰਗਤ ਜੀ, ਮੈਂ ਇੱਕੋ ਹੀ ਸਿਰਫ ਗੱਲ ਕਵਾਂਗਾ ਜੀ ਕਿ ਬਾਣੀ ਦਾ ਬੜਾ ਪਿਆਰਾ ਸ਼ਲੋਕ ਹੈ ਇੱਕ, ਅਗਰ ਉਹ ਅਸੀਂ ਆਪਣੇ ਅੱਜ ਟੇਕ ਵਿੱਚ ਲੈ ਜਾਈਏ ਤਾਂ ਮੈਨੂੰ ਲੱਗਦਾ ਕਿ ਉਹ ਸਾਰੀ ਉਹਦੀ ਜਿਸਟ ਹੋਏਗੀ, ਸਾਰੀ ਉਹਦੀ ਸਮਰੀ ਹੋਏਗੀ। ਪਾਤਸ਼ਾਹ ਕਹਿੰਦੇ ਨੇ ਬਹੁ ਪਰਪੰਚ ਕਰ ਪਰ ਤਨ ਲਿਆਵੇ। ਬਹੁਤ ਪਰਪੰਚ ਮਤਲਬ ਬੜੀਆਂ ਠੱਗੀਆਂ ਠੋਰੀਆਂ ਕਰਕੇ, ਬੜੇ ਪਰਪੰਚ ਕਰਕੇ, ਵਹਿਮ ਭਰਮ ਵੀ ਉਹਨੂੰ ਕਹਿ ਲਓ, ਤੁਸੀਂ ਠੱਗੀਆਂ ਵੀ ਕਹਿ ਲਓ, ਸਾਰਾ ਕੁਝ ਉਹਦੇ ਜਿੰਨੇ ਵੀ ਅਸੀਂ ਪਾਪ ਕਰਮ ਕਰਦੇ ਉਹਦੇ ਵਿੱਚ ਹੀ ਆਏ। ਪਰ ਧਨ ਮਤਲਬ ਬਗਾਨਾ ਧਨ ਲੈ ਕੇ ਆਉਂਦਾ। ਸੁਤ ਦਾਰਾ ਪੈ ਆਨ ਲੁਟਾਵੇ। ਸੁਤ ਮਤਲਬ ਪੁੱਤਰ, ਦਾਰਾ ਮਤਲਬ ਵਹੁਟੀ, ਇਹ ਆਪਣਾ ਪਰਿਵਾਰ ਉਹਦੇ ਚ ਆ ਕੇ ਲੁਟਾ ਦਿੰਦਾ, ਉਹਦੇ ਚ ਆ ਕੇ ਖਰਚ ਦਿੰਦਾ। ਕਹਿੰਦੇ ਮਨ ਮੇਰੇ ਭੁੱਲੇ, ਉਹ ਮਨ ਮੇਰੇ ਭੁੱਲ ਕੇ ਵੀ ਕਪਟ ਨਾ ਕਰੀ। ਮਨ ਮੇਰੇ ਭੁੱਲੇ ਕਪਟ ਨਾ ਕੀਜੈ,
ਅੰਤ ਨਿਬੇੜਾ ਤੇਰੇ ਜੀ ਪਹਿਲੀ ਚ। ਅਖੀਰ ਤੇ ਨਿਬੇੜਾ ਤੇਰੇ ਕੋਲੋਂ ਲਿਆ ਜਾਣਾ, ਤੇਰੇ ਕੋਲੋਂ ਪੁੱਛਿਆ ਜਾਣਾ ਹਿਸਾਬ, ਤੂੰ ਦੱਸ ਕੀ ਕਰਕੇ ਆਇਆ, ਕੀ ਖੱਟ ਕੇ ਆਇਆ, ਕੀ ਗਵਾ ਕੇ ਆਇਆ। ਮੈਨੂੰ ਲੱਗਦਾ ਹੈ ਕਿ ਸਰਜੀਤ ਵੀਰ ਜੀ 3 ਪੱਪੇ ਕਹਿੰਦੇ ਹੁੰਦੇ ਆ, ਪ੍ਰੋਫੈਸ਼ਨ, ਪਰਿਵਾਰ ਤੇ ਪੰਥ। ਜਦੋਂ ਅਸੀਂ ਪ੍ਰੋਫੈਸ਼ਨ ਸੰਭਾਲਦੇ ਹਾਂ ਸਾਡਾ ਪਰਿਵਾਰ ਵਿਗੜ ਜਾਂਦਾ, ਜਦੋਂ ਅਸੀਂ ਪਰਿਵਾਰ ਸੰਭਾਲਦੇ ਹਾਂ ਸਾਡਾ ਪ੍ਰੋਫੈਸ਼ਨ ਵਿਗੜ ਜਾਂਦਾ। ਤੇ ਜੇ ਅਸੀਂ ਕਿਸੇ ਪੰਥ ਸੰਭਾਲ ਲਈਏ, ਗੁਰੂ ਦੀ ਸੇਵਾ ਕਰ ਲਈਏ, ਪੰਥ ਵਾਸਤੇ ਕੁਝ ਨਾ ਕੁਝ ਕਰ ਜਾਈਏ ਆਪਣੀ ਜ਼ਿੰਦਗੀ 'ਚ, ਤਾਂ ਮੈਨੂੰ ਲੱਗਦਾ ਕਿ ਸਾਡਾ ਪਰਿਵਾਰ ਵੀ ਖੁਸ਼ ਰਹੇਗਾ ਤੇ ਸਾਡਾ ਪ੍ਰੋਫੈਸ਼ਨ ਵੀ ਬਹੁਤ ਵਧੀਆ ਰਹੇਗਾ। ਮੈਂ ਆਪਣੀ ਜ਼ਿੰਦਗੀ 'ਚ ਇਹ ਵਾਲਾ ਫਾਰਮੂਲਾ ਅਪਣਾਇਆ ਸੀ ਤੇ ਮੈਨੂੰ ਲੱਗਦਾ ਕਿ ਸੱਚੇ ਪਾਤਸ਼ਾਹ ਨੇ ਕਾਮਯਾਬ ਕੀਤਾ। ਪਰ ਅੱਜ ਜੋ ਭਗਤ ਕਬੀਰ ਜੀ ਸਾਨੂੰ ਦੱਸ ਰਹੇ ਨੇ ਨਾ, ਉਹ ਸਾਰੇ ਦੇ ਸਾਰੇ ਪਰਮਾਤਮਾ ਦੇ ਘਰ ਦੇ ਰੂਲਸ ਐਂਡ ਰੈਗੂਲੇਸ਼ਨਸ ਹੈ। ਕਿਉਂਕਿ ਜਿਹੜਾ ਪਹਿਲਾ ਸ਼ਲੋਕ ਸੀਗਾ, ਕਬੀਰ ਜੀ ਕਹਿੰਦੇ ਨੇ ਜੇਤੇ ਪਾਪ ਕੀਏ, ਪਾਪ ਹਮੇਸ਼ਾ ਅਸੀਂ ਅੰਡਰਗਰਾਉਂਡ ਕਰਦੇ ਹਾਂ, ਕੋਈ ਸਾਹਮਣੇ ਨਹੀਂ ਲੈ ਕੇ ਆਉਂਦੇ, ਉਹ ਪ੍ਰਗਟ ਹੋ ਜਾਂਦੇ ਨੇ। ਤੇਰਾ ਜਾ ਕੇ ਨਿਬੇੜਾ ਤੇਰਾ ਉੱਥੇ ਹੋਣਾ ਹੀ ਹੋਣਾ ਸਾਹਮਣੇ। ਸਾਰੀ ਜਿਵੇਂ ਅਸੀਂ ਕੈਮਰੇ 'ਚ ਰਿਕਾਰਡ ਕਰਦੇ ਆ ਨਾ, ਇਹ ਸਾਡਾ ਕੈਮਰਾ ਸਾਡੇ ਅੰਦਰ ਲੱਗਾ ਹੋਇਆ, ਉਹ ਸਾਰੀ ਚੀਜ਼ਾਂ ਸਾਡੇ ਰਿਕਾਰਡ ਕਰਦਾ, ਸਾਹਮਣੇ ਆ ਜਾਣਾ ਸਾਰਾ ਕੁਝ। ਦੂਸਰਾ ਫਾਰਮੂਲਾ, ਦੂਸਰਾ ਰੈਗੂਲੇਸ਼ਨ ਜਿਹੜਾ ਰੂਲ ਹੈ, ਉਹ ਪ੍ਰਮਾਤਮਾ ਦੇ ਘਰ ਦਾ ਇਹ ਦੱਸਦੇ ਨੇ ਕਿ ਤੂੰ ਜਿੰਨੇ ਮਰਜ਼ੀ ਧੰਦੇ ਕਰ ਲੈ। ਬਾਣੀ ਦਾ ਇੱਕ ਬੜਾ ਫਰਮਾਨ ਹੈ ਕਿ ਬ੍ਰਹਮ ਗਿਆਨੀ ਕੈ ਨਾਹੀ ਧੰਦਾ। ਉਹ ਕਿਸੇ ਲਈ ਪਰਉਪਕਾਰ, ਜਿਹੜਾ ਉਮਾਹ ਚ ਆ ਕੇ ਪਰਉਪਕਾਰ ਸੰਤ ਮਹਾਂਪੁਰਸ਼ ਕਰਦੇ ਨੇ, ਉਹ ਕਦੇ ਕਿਸੇ ਲਈ ਕੋਲ ਵਾਪਸ ਉਮੀਦ ਨਹੀਂ ਰੱਖਦੇ ਕਿ ਮੈਨੂੰ ਇਹ ਚੀਜ਼ ਵਾਪਸ ਮਿਲੇਗੀ। ਸਾਨੂੰ ਇਸ ਤਰ੍ਹਾਂ ਕੁਟੰਬ ਨੂੰ ਪਾਲਣਾ ਚਾਹੀਦਾ ਹੈ ਕਿ ਹਮੇਸ਼ਾ ਅਸੀਂ ਪਰਮਾਤਮਾ ਨਾਲ ਵੀ ਜੁੜੇ ਰਹੀਏ, ਧੰਦਾ ਨਾ ਬਣੇ ਸਾਡਾ, ਅਸੀਂ ਕੁਛ ਵੀ ਐਕਸਪੈਕਟ ਨਾ ਕਰੀਏ ਕਿਸੇ ਕੋਲੋਂ, ਹਮੇਸ਼ਾ ਹਰੇਕ ਚੀਜ਼ ਨੂੰ ਐਕਸੈਪਟ ਕਰੀਏ। ਤੀਸਰਾ ਜੀ, ਉਹ ਸਾਨੂੰ ਜਿਹੜਾ ਪਰਮਾਤਮਾ ਦੇ ਘਰ ਦਾ ਰੂਲ ਉਹ ਦੱਸ ਰਹੇ ਨੇ ਕਿ ਤੇ ਜਿੰਨੇ ਮਰਜ਼ੀ ਰਾਤ ਜਗਾਵਨ ਜਾ, ਮੜੀ ਮਿਸਾਣਾ ਤੇ ਚਲਾ ਜਾ, ਪਰ ਅੰਤ ਨਿਬੇੜਾ ਜਿਹੜਾ ਨਾ ਉਹ ਤੇਰਾ ਪਰਮਾਤਮਾ ਦੇ ਸਿਮਰਨ ਨਾਲ ਹੀ ਹੋਏ। ਸਵਾਸ ਸਵਾਸ ਸਿਮਰਨ ਨਾਲ ਹੀ ਤੇਰਾ ਜੀ ਦਾ ਉਦਾਹਰਣ ਹੈ। ਕਿਉਂਕਿ ਰੋਜ਼ ਅਸੀਂ ਦਰਬਾਰ ਸਾਹਿਬ ਤੋਂ ਸੁਣਦੇ ਹਾਂ, ਮਾਇਆ ਮੋਹ ਪਰਮ ਪੈ ਭੂਲੈ, ਸੁਤਦਾਰਾ ਸੋ ਪ੍ਰੀਤ ਲਗਾਏ। ਉਹ ਪ੍ਰੀਤ ਜਿਹੜੀ ਹੈ ਨਾ ਕਿਸੇ ਕੰਮ ਨਹੀਂ ਆਣੀ। ਹਮੇਸ਼ਾ ਕੰਮ ਕੀ ਆਏਗਾ? ਪਰਮਾਤਮਾ ਦਾ। ਫਿਰ ਉਹ ਕਹਿੰਦੇ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੀ, ਕਿਉਂਕਿ ਗੁਰੂ ਰਾਮਦਾਸ ਜੀ ਇਹਨੂੰ ਅਖੀਰ ਤੇ ਕਹਿੰਦੇ ਨੇ ਸਾਡੀ ਸ਼ਰਨ, ਸਾਨੂੰ ਸ਼ਰਨ 'ਚ ਰੱਖ ਲਓ ਤਾਂ ਕਿ ਸਾਡਾ ਵੀ ਜਿਹੜਾ ਦੁਨੀਆ 'ਚ ਆਇਆ ਸਫਲ ਹੋ ਜਾਏ। ਬਹੁਤ ਧੰਨਵਾਦ ਜੀ, ਅੱਜ ਬਹੁਤ ਪਿਆਰੀ ਵਿਚਾਰ ਰਹੀ ਜੀ ਜਸਵਰ ਜੀ, ਬਹੁਤ ਮਜ਼ਾ ਆਇਆ ਜੀ ਅੱਜ, ਬਹੁਤ ਆਨੰਦ। ਵਾਕਈ ਸੱਚੇ ਪਾਤਸ਼ਾਹ ਨੇ ਬੜੀ ਬਖਸ਼ਿਸ਼ ਕਰਕੇ ਤੁਹਾਡੇ ਕੋਲ ਸੇਵਾ ਲਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਰਿਕੁਐਸਟ ਕਰਾਂਗਾ ਕੁਲਵੰਤ ਮੈਮ ਨੂੰ ਕਿ ਇੱਕ ਵਾਰੀ ਫਿਰ ਤੋਂ ਸਾਰੇ ਸ਼ਲੋਕ ਇੱਕ ਵਾਰੀ ਪੜ੍ਹ ਦੇਣ ਤਾਂ ਜੋ ਅਸੀਂ ਫਿਰ ਸਮਾਪਤੀ ਵੱਲ ਵਧੀਏ ਜੀ। कबीर जेते पाप किए राखै तलै दुराए, प्रगट भये निदान सब जब पूछे धर्म राय। कबीर जेते पाप किए राखे तलै दुराए, प्रगट भये निदान सब जब पूछे धर्म राय। कबीर हर का सिमरन छाड़ के पालियो बहुत कुटुंब, धंधा करता रह गया भाई रया न बंद। कबीर हर का सिमरन छाड़ के पालियो बहुत कुटुंब, धंधा करता रह गया भाई रहा न बंध। कबीर हर का सिमरन छाड़ के रात जगावन जाए, सरपन होए के औतरे
जाए अपने खाए। कबीर हर का सिमरन छाड़ के रात जगावन जाए। सरपन होए के औतरै जाए अपने खाए। वाहिगुरु जी जी का का खालसा खालसा वाहिगुरु वाहिगुरु जी जी की की फतेह। फतेह।